ਵੈਲਕਮ ਬੈਕ ਟੂ ਦਾ ਹਰਬਲ ਅਰਥ। ਅੱਜ ਸਾਡੇ ਨਾਲ ਡਾਕਟਰ JS ਵਿਰਕ ਜੀ ਫਗਵਾੜਾ ਤੋਂ MBBS FCGP FAMS PGD GM ਜੁੜੇ ਹਨ ਅਤੇ ਜਿਹੜੀਆਂ ਸਾਡੇ ਲਾਸਟ ਟਾਈਮ ਦਾ ਜਿਹੜਾ ਟੌਪਿਕ ਸੀਗਾ ਅਰਥਰਾਈਟਿਸ ਅਤੇ ਜੁਆਇੰਟ ਪੇਨ 'ਤੇ ਉਸੇ ਤਰੀਕੇ ਦਾ ਜਿਹੜਾ ਅੱਜ ਵੀ ਸਾਡਾ ਟੌਪਿਕ ਹੈਗਾ ਉਹ ਡਿਸੀਜ਼ 'ਤੇ ਹੈਗਾ ਆ ਕਿ ਕਿਵੇਂ ਆਪਾਂ ਆਪਣੇ ਜਿਹੜੇ ਡਿਸੀਜ਼ਿਜ਼ ਹੈਗੇ ਆ ਉਹਨਾਂ ਨਾਲ ਫਾਈਟ ਕਰਕੇ ਅਤੇ ਇੱਕ ਬਹੁਤ ਵਧੀਆ ਔਰ ਹੈਲਦੀ ਜਿਹੜੀ ਲਾਈਫ ਹੈਗੀ ਆ ਸਰਵਾਈਵ ਕਰ ਸਕਦੇ ਆ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਦਾ ਔਰ ਸਰੋਤਿਆਂ ਦਾ ਵੈਲਕਮ ਕਰਦਾ ਹਾਂ ਔਰ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆਟੋ ਇਮਿਊਨਿਟੀ ਦੇ ਉੱਤੇ ਗੱਲ ਕਰਨੇ ਜਾ ਰਹੇ ਹਾਂ, ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਬਿਮਾਰੀ ਹੈ ਔਰ ਲਗਭਗ ਐਲੋਪੈਥੀ ਦੇ ਵਿੱਚ ਇਸ ਦਾ ਤਕਰੀਬਨ ਕੋਈ ਇਲਾਜ ਨਹੀਂ ਹੈ ਔਰ ਲੋਕ ਇਸ ਤੋਂ ਬਹੁਤ ਸਫਰ ਕਰਦੇ ਆ। ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹ ਬਿਮਾਰੀ ਕੀ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਸਾਡੀ ਬਾਡੀ ਇੱਕ ਡਿਫੈਂਸ ਸਿਸਟਮ ਦੇ ਅਧੀਨ ਕੰਮ ਕਰਦੀ ਹੈ। ਉਹ ਡਿਫੈਂਸ ਸਿਸਟਮ ਕੀ ਹੈ ਕਿ ਕੋਈ ਵੀ ਬਾਹਰੋਂ ਸਾਡੇ ਸਰੀਰ ਦੇ ਉੱਤੇ ਹਮਲਾ ਹੁੰਦਾ ਆ ਤੇ ਸਾਡੀ ਬਾਡੀ ਦੇ ਵਿੱਚ, ਜਿਸ ਤਰ੍ਹਾਂ ਇੱਕ ਮਿਲਟਰੀ ਦੇ ਵਿੱਚ ਸ਼ਾਖਾਵਾਂ ਹੁੰਦੀਆਂ ਆ ਕਿ ਆਰਮੀ ਹੁੰਦੀ ਆ, 에ਅਰ ਫੋਰਸ ਹੁੰਦੀ ਹੈ, ਨੇਵੀ ਹੁੰਦੀ ਹੈ, BSF ਹੁੰਦੀ ਹੈ, CRP ਹੁੰਦੀ ਹੈ, ਇਸੇ ਤਰ੍ਹਾਂ ਸਾਡੀ ਬਾਡੀ ਦੇ ਵਿੱਚ ਵੀ ਡਿਫਰੈਂਟ ਸਿਸਟਮਸ ਹੈਗੇ ਆ ਜਿਹੜੇ ਕਿ ਹਰ ਤਰ੍ਹਾਂ ਦੇ ਬਾਹਰਲੇ ਹਮਲੇ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦੇ ਆ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਸਾਡਾ ਜਿਹੜਾ ਉਹ ਸਿਸਟਮ ਹੈਗਾ ਆ ਉਹ ਕੁਛ ਖਰਾਬ ਹੋ ਜਾਂਦਾ ਆ ਔਰ ਉਹ ਸਿਸਟਮ ਜਦੋਂ ਖਰਾਬ ਹੋ ਜਾਂਦਾ ਆ ਤੇ ਫਿਰ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਨਾਰਮਲੀ ਕੀ ਚੀਜ਼ ਹੁੰਦੀ ਆ ਕਿ ਨਾਰਮਲੀ ਜਿਸ ਤਰ੍ਹਾਂ ਕਿਸੇ ਬੈਕਟੀਰੀਆ ਨੇ, ਵਾਇਰਸ ਨੇ, ਮਾਈਕਰੋ ਆਰਗੈਨਿਜ਼ਮ ਨੇ ਸਾਡੇ ਉੱਤੇ ਹਮਲਾ ਕੀਤਾ ਆ ਤਾਂ ਸਾਡੇ ਜਿਹੜੇ ਬਾਡੀ ਦੇ ਡਿਫੈਂਸ ਮੈਕੈਨਿਜ਼ਮ ਆ ਉਹਨੂੰ ਕਾਊਂਟਰਐਕਟ ਕਰਨ ਦੇ ਲਈ ਜਾਂ ਉਹਨੂੰ ਮਤਲਬ ਹਟਾਉਣ ਦੇ ਲਈ ਜਾਂ ਉਹਨੂੰ ਮਾਰਨ ਦੇ ਲਈ ਤਤਪਰ ਰਹਿੰਦੀ ਹੈ ਔਰ ਇਹ ਪਛਾਣ ਕਰਦੀ ਆ ਸਾਡੀ ਇਹ ਸਿਸਟਮ ਕਿ ਇਹ ਜਿਹੜਾ ਹਮਲਾਵਰ ਆ ਉਹ ਬਾਹਰਲਾ ਆ ਜਾਂ ਅੰਦਰਲਾ ਹੈ। ਪਰ ਇਸ ਬਿਮਾਰੀ ਦੇ ਵਿੱਚ ਉਹ ਜਿਹੜੀ ਸ਼ਕਤੀ ਹੈ ਕਿ ਜਿਹੜੀ ਕਿ ਪਛਾਣਨ ਦੀ ਸ਼ਕਤੀ ਹੈ ਕਿ ਇਹ ਹਮਲਾਵਰ ਜਿਹੜਾ ਹੈ ਉਹ ਬਾਹਰਲਾ ਹੈ ਜਾਂ ਸਾਡੇ ਸਰੀਰ ਚੋਂ ਹੀ ਇੱਕ ਉੱਠਿਆ ਆ ਹਮਲਾਵਰ ਹੈ। ਸੋ ਉਹ ਉਸ ਤਰ੍ਹਾਂ ਫਿਰ ਜਿਸ ਤਰ੍ਹਾਂ ਇਸ ਡਿਫੈਂਸ ਮੈਕੈਨਿਜ਼ਮ ਨੇ ਬਾਹਰਲੇ ਵਾਲੇ ਹਮਲੇ ਨੂੰ ਰੋਕਣਾ ਹੈ ਔਰ ਉਹਨੂੰ ਖਤਮ ਕਰਨਾ ਹੈ, ਉਸੇ ਹੀ ਤਰ੍ਹਾਂ ਇਹ ਸਾਡੇ ਅੰਦਰ ਵਾਲੇ ਜੋ ਸਾਡੇ ਬਾਡੀ ਦੇ ਸੈੱਲ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਤੇ ਤੁਲ ਜਾਂਦੀ ਹੈ। ਇਹਨੂੰ ਅਸੀਂ ਆਟੋ ਇਮਿਊਨਿਟੀ ਕਹਿੰਦੇ ਆ ਜਾਂ ਕਿ ਸਾਡੇ ਸਰੀਰ ਦੀ ਜਿਹੜੀ ਬਾਡੀ ਦੇ ਵਿੱਚ ਸੈਲਫ ਦਾ ਜੋ ਰੈਕਗਨੀਸ਼ਨ ਹੈਗੀ ਆ ਉਹਨੂੰ ਇਹ ਭੁੱਲ ਜਾਂਦੀ ਆ ਸਾਡੀ ਇਮਿਊਨਿਟੀ ਤੇ ਇਸ ਤਰ੍ਹਾਂ ਸਾਨੂੰ ਇਹ ਬਿਮਾਰੀ ਜਿਹੜੀ ਆ ਹੋ ਜਾਂਦੀ ਆ। ਔਰ ਜੀ ਸਰ, ਸੌਰੀ ਮੈਂ ਤੁਹਾਨੂੰ ਸਟਾਪ ਕਰ ਰਹੀ ਹਾਂ। ਸਕਰੀਨ ਨਹੀਂ ਸਰ ਸ਼ੇਅਰ ਹੋ ਰਹੀ। ਸ਼ੇਅਰ ਨਹੀਂ ਹੋ ਰਹੀ? ਨਹੀਂ ਸਰ, ਨਹੀਂ। ਇੱਕ ਮਿੰਟ ਜੀ। ਹਾਂਜੀ ਸਰ, ਹੁਣ ਹੋ ਰਹੀ ਆ। ਠੀਕ ਹੈ ਜੀ। ਜੀ। ਸੋ ਇਸ ਤਰ੍ਹਾਂ ਡੈਫੀਨੀਸ਼ਨ ਜਿਹੜੀ ਮੈਂ ਤੁਹਾਨੂੰ ਦੱਸੀ ਹੈਗੀ ਆ ਕਿ ਇਹ ਸਾਡੀ ਬਾਡੀ ਦੀ ਜੋ ਰੈਕਗਨੀਸ਼ਨ ਹੈ ਇਮਿਊਨਿਟੀ ਦੀ, ਨੌਨ ਸੈਲਫ ਦੀ, ਉਹ ਪਹਿਚਾਨਣ ਦੀ ਜਿਹੜੀ ਹੈ ਉਹ ਮਿਸ ਗਾਈਡੈਂਸ ਹੋ ਜਾਂਦੀ ਹੈ ਤੇ ਇਸ ਕਰਕੇ ਸਾਡੇ ਜਿਹੜੇ ਬਾਡੀ ਦੇ ਸੈੱਲ ਹੈ ਉਹਨਾਂ ਦੇ ਉੱਤੇ ਹੀ ਜਿਹੜੀ ਸਾਡੀ ਇਮਿਊਨਿਟੀ ਆ ਉਹ ਹਮਲਾ ਕਰ ਦਿੰਦੀ ਆ ਔਰ ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਪੈਦਾ ਹੋ ਜਾਂਦੀ ਹੈ। ਜਿਹੜੀ ਵੀ ਬਿਮਾਰੀ ਇਸ ਤਰ੍ਹਾਂ ਅਬਰੈਂਟ ਇਮਿਊਨ ਰਿਸਪੌਂਸ ਦੇ ਨਾਲ ਪੈਦਾ ਹੁੰਦੀ ਆ ਉਹਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ ਕਹਿੰਦੇ। ਆਟੋ ਮੀਨਸ ਆਪਣੇ ਆਪ ਜਿਸਮ ਦੀ ਜਿਹੜੀ ਹੈਗੀ ਆ ਇਮਿਊਨਿਟੀ ਉਹਨੂੰ ਇਹ ਖਤਮ ਕਰ ਦਿੰਦੀ ਹੈਗੀ। ਇਹ ਡਿਫੈਕਟ ਜਿਹੜਾ ਹੈ ਇਹ ਕਿਸੇ ਵੀ ਆਰਮ ਦੇ ਵਿੱਚ ਹੋ ਜਾਂਦਾ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਆਰਮੀ ਹੈ, ਨੇਵੀ ਹੈ, ਆਪਣੀ
ਏਅਰ ਫੋਰਸ ਹੈ, BSF ਹੈ, CRP ਹੈ, ਇਹ ਕਿਸੇ ਵੀ ਆਰਮ ਦੇ ਵਿੱਚ ਇਹ ਡਿਫੈਕਟ ਹੋ ਜਾਂਦਾ ਆ ਔਰ ਇਹ ਮਿਸਡਾਇਰੈਕਟਡ ਇਮਿਊਨ ਫੰਕਸ਼ਨ ਜਿਹੜਾ ਹੈ ਇਹ ਬਾਡੀ ਨੂੰ ਨੁਕਸਾਨ ਕਰਦਾ ਹੈਗਾ ਆ। ਇਮਿਊਨ ਸਿਸਟਮ ਜਿਹੜਾ ਹੈ ਇਹਦੀ ਵੇਰੀਅਸ ਜਿਹੜੀਆਂ ਮੈਕੈਨਿਜ਼ਮਸ ਹੈਗੀਆਂ ਆ ਉਹ ਇਮਿਊਨ ਰਿਸਪੌਂਸ ਨੂੰ ਅਫੈਕਟ ਕਰਦੀਆਂ ਆ, ਸਪਰੈਸ ਕਰ ਦਿੰਦੀਆਂ ਆ ਤੇ ਇਹ ਡਿਸਟਰਬੈਂਸ ਜਿਹੜੀ ਹੈ ਇਹ ਆਟੋਇਮਿਊਨ ਡਿਜ਼ੀਜ਼ ਦੇ ਵਿੱਚ ਤਬਦੀਲ ਹੋ ਜਾਂਦੀ ਹੈਗੀ ਆ। ਇਹ ਡਿਫੈਕਟ ਜਿਹੜਾ ਹੈਗਾ ਇਨੇਟ ਕੰਪਲੀਮੈਂਟ ਔਰ ਅਡੈਪਟਿਵ ਆਰਮ ਦੇ ਵਿੱਚ ਜ਼ਿਆਦਾਤਰ ਹੁੰਦਾ ਆ ਔਰ ਜਿਹੜੇ ਸੈੱਲ ਸਾਡੇ ਇਮਿਊਨਿਟੀ ਦੇ ਹੈਗੇ ਆ T ਸੈੱਲ ਤੇ ਹਿਊਮਰਲ B ਸੈੱਲ ਐਂਟੀਬਾਡੀਜ਼ ਹੈਗੀਆਂ ਆ ਉਹਨਾਂ ਨੂੰ ਪ੍ਰਭਾਵਿਤ ਕਰਦੇ ਹੈਗੇ ਆ। ਇਹ ਡਿਫੈਕਟ ਜਿਹੜਾ ਇਮਿਊਨਿਟੀ ਦਾ ਹੈ ਅੰਡਰ ਫੰਕਸ਼ਨ ਵੀ ਹੋ ਸਕਦਾ ਹੈ ਕਿ ਜਿਹੜੀ ਸਾਡੀ ਇਮਿਊਨ ਸਿਸਟਮ ਹੈਗਾ ਆ ਉਹ ਥੋੜਾ ਕੰਮ ਕਰਦਾ ਆ ਜਾਂ ਕਈ ਵਾਰੀ ਜ਼ਿਆਦਾ ਕੰਮ ਕਰਦਾ ਆ, ਜਿਸ ਤਰ੍ਹਾਂ ਸਾਨੂੰ ਰਿਐਕਸ਼ਨ ਹੋ ਜਾਂਦਾ ਹੈ। ਜਿੱਦਾਂ ਪੈਨਸਲੀਨ ਦਾ ਟੀਕਾ ਲਾਓ ਤੇ ਇੱਕਦਮ ਹੀ ਇਮਿਊਨ ਰਿਸਪੌਂਸ ਦੇ ਨਾਲ ਸਾਨੂੰ ਅਲਰਜਿਕ ਰਿਐਕਸ਼ਨ ਹੋ ਕੇ ਐਨਾਫਾਈਲੈਕਟਿਕ ਸ਼ੌਕ ਵੀ ਹੋ ਜਾਂਦਾ ਹੈ। ਇਹ ਸਾਰਾ ਜਿਹੜਾ ਮਿਸਡਾਇਰੈਕਟਡ ਇਮਿਊਨ ਰਿਸਪੌਂਸ ਹੈਗਾ ਆ ਇਹਨੂੰ ਅਸੀਂ ਆਟੋ ਇਮਿਊਨਿਟੀ ਦਾ ਨਾਂ ਦਿੰਦੇ ਹੈਗੇ ਆ। ਇਹ ਆਟੋਇਮਿਊਨ ਡਿਜ਼ੀਜ਼ਸ ਕਿਹੜੀਆਂ ਹੈਗੀਆਂ ਆ ਉਹ ਸਾਰੇ ਬਾਡੀ ਦੀਆਂ ਵੀ ਹੋ ਸਕਦੀਆਂ ਆ, ਕਿਸੇ ਮਤਲਬ ਡਿਫਰੈਂਟ ਸਿਸਟਮਸ ਦੀਆਂ ਵੀ ਹੋ ਸਕਦੀਆਂ ਆ, ਜਿਹੜੀਆਂ ਕਿ ਇਹਨਾਂ ਦੇ ਨਾਂ ਡਿਫਰੈਂਟ ਹੈਗੇ ਆ। ਬੇਸ਼ੱਕ ਮੈਂ ਨਿਊਮਰੇਟ ਕਰ ਦਿੰਦਾ ਆ ਪਰ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਜਿਹੜੇ ਆਰਗਨ ਨਾਨ ਸਪੈਸੀਫਿਕ ਸਿਸਟੈਮਿਕ ਹੈਗੇ, ਜਿਹੜੇ ਸਾਰੇ ਸਿਸਟਮਾਂ ਦੇ ਵਿੱਚ ਹੈਗੇ ਆ ਉਹ ਐਂਟੀਬਾਡੀਜ਼ ਨਾਲ ਰਿਲੇਟਡ ਹੁੰਦੇ ਆ। ਜਿੱਦਾਂ ਸਿਸਟੈਮਿਕ ਲੂਪਸ ਐਰੀਥਰੋਮਾਈਟੋਸਿਸ ਹੈਗਾ, SLE ਹੈਗਾ ਆ, ਇਨਫਲੇਮੇਟਰੀ ਮਾਇਓਪੈਥੀਜ਼ ਹੈਗਾ, ਪੋਲੀਆਰਟਰਾਈਟਿਸ ਨੋਡੋਜ਼ਾ ਹੈਗਾ, ਵੈਜਨਰਸ ਗ੍ਰੈਨੂਲੋਮੈਟੋਸਿਸ ਹੈ। ਇਹ ਨਾਂ ਹੈਗੇ ਬਿਮਾਰੀਆਂ ਦੇ ਜਿਹੜੀਆਂ ਕਿ ਯਾਦ ਕਰਨ ਦੀ ਲੋੜ ਨਹੀਂ ਹੈ। ਫਿਰ T ਸੈਲਸ ਜਿਹੜੇ ਹੈਗੇ ਆ ਉਹਨਾਂ ਲਈ ਉਹਨਾਂ ਦੇ ਨਾਲ ਮੀਡੀਏਟਡ ਹੈਗੀਆਂ ਆ। ਰੋਮੇਟੋਇਡ ਆਰਥਰਾਈਟਿਸ ਹੈ, ਸਕਲੀਰੋਡਰਮਾ ਹੈ, ਸ਼ੋਗਰਨ ਸਿੰਡਰੋਮ ਹੈ, ਇਨਫਲੇਮੇਟਰੀ ਬਾਉਲ ਡਿਜ਼ੀਜ਼ ਹੈ। ਫਿਰ ਆਰਗਨ ਸਪੈਸੀਫਿਕ ਹੈਗੀਆਂ ਕਈ ਬਿਮਾਰੀਆਂ ਜਿੱਦਾਂ ਕਿ ਆਟੋਇਮਿਊਨ ਹੀਮੋਲਾਈਟਿਕ ਅਨੀਮੀਆ ਹੈਗਾ, ਜਿਹਦੇ ਵਿੱਚ ਖੂਨ ਜਿਹੜਾ ਹੈਗਾ ਆ ਉਹ ਖਰਾਬ ਹੋ ਜਾਂਦਾ ਆ। ਤੇ ਇਮਿਊਨ ਥ੍ਰੋਮਬੋਸਾਈਟੋਪੀਨੀਆ ਜਿਹੜੇ ਕਿ ਪਲੇਟਲੈਟਸ ਹੈਗੇ ਆ ਉਹ ਘਟ ਜਾਂਦੇ ਹੈਗੇ ਆ। ਤੇ ਮਾਇਆਸਥੀਨੀਆ ਗ੍ਰੇਵਿਸ ਹੈਗਾ, ਗ੍ਰੇਵਸ ਡਿਜ਼ੀਜ਼ ਹੈਗੀ ਆ ਥਾਇਰਾਇਡ ਦੀ। ਤੇ ਹਾਸ਼ੀਮੋਟੋ ਥਾਇਰਾਇਡ ਦੀ ਹੈਗੀ ਆ, ਗੁੱਡ ਪੋਸਚਰ ਸਿੰਡਰੋਮ ਹੈ, ਆਟੋਇਮਿਊਨ ਔਰਕਾਈਟਿਸ ਹੈ ਤੇ ਆਟੋਇਮਿਊਨ ਗੈਸਟਰਾਈਟਿਸ ਹੈਗੀ ਆ, ਪੇਟ ਦੀ ਸਟਮਕ ਦੀ ਗੈਸਟਰਾਈਟਿਸ ਹੋ ਜਾਂਦੀ ਆ। ਫਿਰ T ਸੈੱਲ ਦੀ ਹੈਗੀ ਆ ਡਾਇਬਟੀਜ਼ ਮਿਲਾਈਟਿਸ ਜਿਹੜੀ ਹੈਗੀ ਆ, ਇਹ ਵੀ ਇੱਕ ਤਰ੍ਹਾਂ ਦੀ ਟਾਈਪ 1 ਜਿਹੜੀ ਹੈਗੀ ਆ ਉਹ ਵੀ ਆਟੋਇਮਿਊਨ ਡਿਜ਼ੀਜ਼ ਹੈ। ਮਲਟੀਪਲ ਸਕਲੇਰੋਸਿਸ ਹੈਗੀ, ਨਰਵਸ ਦੀ ਬਿਮਾਰੀ ਹੈਗੀ ਆ। ਇਹ ਵੀ ਮਤਲਬ ਤਕਰੀਬਨ ਸਾਇੰਸਦਾਨਾਂ ਨੇ ਅੱਜ ਕੱਲ੍ਹ ਕੱਢ ਲਈਆਂ ਕਿ 100 ਤੋਂ ਜ਼ਿਆਦਾ ਬਿਮਾਰੀਆਂ ਹੈਗੀਆਂ ਜਿਹੜੀਆਂ ਕਿ ਆਟੋਇਮਿਊਨ ਡਿਜ਼ੀਜ਼ਸ ਦੇ ਨਾਲ ਹੁੰਦੀਆਂ। ਜਿਹੜੀਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿ ਕਾਰਨ ਪਤਾ ਹੀ ਨਹੀਂ ਲੱਗਦਾ ਹੈ, ਉਹ ਹੁਣ ਇਸ ਤਰ੍ਹਾਂ ਉਹਨਾਂ ਨੇ ਰਿਸਰਚ ਤੋਂ ਪਤਾ ਕੀਤਾ ਆ ਕਿ ਤਕਰੀਬਨ 100 ਦੇ ਕਰੀਬ ਬਿਮਾਰੀਆਂ ਐਸੀਆਂ ਹੈਗੀਆਂ ਆ ਜਿਹੜੀਆਂ ਕਿ ਆਟੋਇਮਿਊਨ ਡਿਜ਼ੀਜ਼ ਦੇ ਨਾਲ ਫੈਲਦੀਆਂ ਹਨ। ਤੇ ਇਹਨਾਂ ਦੇ ਕਾਜ਼ ਆਟੋਇਮਿਊਨਿਟੀ ਦੇ ਕਾਜ਼ ਕੀ ਹੈ? ਇਹਨਾਂ ਦੇ ਕਾਜ਼ ਤਕਰੀਬਨ 3 ਕਾਜ਼ ਹੈਗੇ ਆ। ਇੱਕ ਟ੍ਰਾਇੰਗਲ ਹੈ ਜੈਨੇਟਿਕ, এনवायरमेंटल ਐਂਡ ਲੀਕੀ ਗਟ। ਪਹਿਲਾਂ ਆਪਾਂ ਜੈਨੇਟਿਕ ਬਾਰੇ ਡਿਸਕਸ ਕਰਦੇ ਹਾਂ। ਜੈਨੇਟਿਕ ਦਾ ਮਤਲਬ ਹੈਗਾ ਜੋ ਸਾਡੇ ਜੀਨਸ ਦੇ ਵਿੱਚ ਹੈਗਾ, ਇਹ ਤਕਰੀਬਨ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਤੇ ਤਕਰੀਬਨ 8% ਲੋਕਾਂ ਦੇ ਵਿੱਚ ਜੈਨੇਟਿਕ ਬਿਮਾਰੀਆਂ ਦੇ ਨਾਲ ਪ੍ਰਭਾਵਿਤ ਹੁੰਦੇ ਆ। ਇਹ ਜਿਹੜੇ ਜੈਨੇਟਿਕ ਕਾਰਨ ਹੈਗੇ ਆ ਇਹ ਸਾਡੇ ਕੈਮੀਕਲ, ਫਿਜ਼ੀਕਲ ਤੇ ਸਾਈਕੋ ਸਪਿਰਿਚੁਅਲ ਇਨਪੁਟਸ ਦੇ ਨਾਲ ਇਨਫਲੂਐਂਸ ਹੁੰਦੇ ਆ ਤੇ ਇਹਨਾਂ ਨੂੰ ਐਪੀਜੈਨੇਟਿਕ ਕੰਟਰੋਲ ਹੁੰਦਾ ਆ। ਐਪੀਜੈਨੇਟਿਕ ਦਾ ਮਤਲਬ ਆ ਜੈਨੇਟਿਕਸ ਤੋਂ ਉੱਪਰ। ਉਹਦਾ ਮਤਲਬ ਇਹ ਆ ਕਿ ਸਾਡੀ ਜਿਹੜੀ এনवायरमेंट ਹੈ, ਲਾਈਫ ਸਟਾਈਲ ਹੈ, ਉਹ ਇਹਨਾਂ ਜੀਨਸ ਨੂੰ ਆਪਣਾ ਕੰਟਰੋਲ ਕਰਦੀ ਆ। ਉਹ ਕੰਟਰੋਲ ਕਿੱਦਾਂ ਕਰਦੀ ਹੈਗੀ ਆ ਕਿ ਇਹਦੇ ਜੀਨਸ ਦੇ ਵਿੱਚ ਸਵਿਚਸ ਹੁੰਦੇ ਆ, ਮਤਲਬ ਪੋਜ਼ਿਟਿਵ ਸਵਿਚ ਹੁੰਦੇ ਆ ਤੇ ਨੈਗੇਟਿਵ ਸਵਿਚ ਹੁੰਦੇ ਆ। ਉਹਦੇ ਨਾਲ ਕੀ ਆ ਕਿ ਜੇ ਸਾਡੀ এনवायरमेंट ਵਧੀਆ ਹੈ ਔਰ ਉਹ ਪੋਜ਼ਿਟਿਵ ਹੈ ਤੇ ਉਹਨੇ ਇਸ ਨੂੰ ਵਧਾ ਦੇਣਾ ਹੈ, ਤੇ ਜੇ ਨੈਗੇਟਿਵ ਹੈ ਤਾਂ ਉਹਨੂੰ ਜੈਨੇਟਿਕ ਇਫੈਕਟ ਨੂੰ ਘਟਾ ਦੇਣਾ ਹੈ। ਤੇ ਇਹ ਐਪੀਜੈਨੇਟਿਕ ਮੀਨਸ ਕਿ ਕੀ ਹੈ? ਗੁੱਡ ਨਿਊਟ੍ਰੀਸ਼ਨ ਹੈਗਾ, ਪੋਜ਼ਿਟਿਵ ਲਾਈਫ ਸਟਾਈਲ ਹੈਗੀ ਆ ਔਰ ਇਹ ਚੀਜ਼ਾਂ ਜਿਹੜੀਆਂ ਹੈ ਸਾਡੇ ਜਿਹੜੇ ਜੀਨਸ ਦੇ ਫੰਕਸ਼ਨਿੰਗ ਹੈਗੇ ਆ ਉਹਨਾਂ ਨੂੰ ਅਫੈਕਟ ਕਰਦੀਆਂ ਆ। ਤੇ ਜੇ ਇਹੀ ਸਾਡਾ ਜਿਹੜਾ ਐਪੀਜੈਨੇਟਿਕ ਸਿਸਟਮ ਹੈਗਾ ਆ ਇਹ ਸਾਡੀ ਸਾਰੀ ਓਵਰਆਲ ਹੈਲਥ ਨੂੰ ਕੰਟਰੋਲ ਕਰਦਾ ਹੈਗਾ ਆ।
ਤੇ এনवायरमेंटल ਫੈਕਟਰਸ ਕਿਹੜੇ ਹੈਗੇ ਆ ਜਿਹੜੇ ਕਿ ਸਾਡੇ ਆਲੇ ਦੁਆਲੇ ਦੇ ਹੈਗੇ ਆ ਫੈਕਟਰ, ਉਹ ਕਿੱਦਾਂ ਸਾਨੂੰ ਕਰਦੇ। ਟੌਕਸਿਨਸ ਹੈਗੇ ਆ ਜਿਹੜੇ ਕਿ ਅਸੀਂ ਆਪਣੇ ਖਾਣੇ ਦੇ ਵਿੱਚੋਂ ਲੈਂਦੇ ਆ, ਪਾਣੀ ਦੇ ਵਿੱਚ ਸਾਡੇ ਟੌਕਸਿਨਸ ਹੈਗੇ ਆ, ਏਅਰ ਸਾਡੀ ਹਵਾ ਦੇ ਵਿੱਚ ਹੈਗੇ ਆ, ਸਾਡੇ ਸਰਾਊਂਡਿੰਗਸ ਦੇ ਵਿੱਚ ਹੈਗੇ, ਜਿਸ ਤਰ੍ਹਾਂ ਕਿ ਮਾਈਕਰੋ ਆਰਗੇਨਿਜ਼ਮਸ ਹੈਗੇ ਆ, ਜਿੱਦਾਂ ਕਿ ਕੋਵਿਡ ਵਾਲੇ ਮਾਈਕਰੋ ਆਰਗੇਨਿਜ਼ਮ ਸੀਗੇ ਸਾਡੇ ਹਵਾ ਦੇ ਵਿੱਚੋਂ ਸਾਨੂੰ ਮਿਲ ਜਾਂਦੇ ਸੀ। ਪੈਰਾਸਾਈਟਸ ਹੈਗੇ ਆ, ਕੀੜੇ ਹੈਗੇ ਆ ਕਈ ਸਾਡੇ ਪੇਟ ਦੇ ਵਿੱਚ। ਮੈਲੀਗਨੈਂਟ ਸੈਲਸ ਤੇ ਅਲਰਜਨਸ ਹੈਗੇ ਆ। ਮੈਲੀਗਨੈਂਟ ਸੈਲ ਜਿਹੜੇ ਕਿ ਕੈਂਸਰ ਵਾਲੇ ਸੈੱਲ ਹੈਗੇ ਆ, ਉਹ ਸਾਨੂੰ এনवायरमेंट ਚੋਂ ਮਿਲ ਜਾਂਦੇ ਹੈਗੇ ਆ এনवायरमेंट ਦੇ ਇਫੈਕਟਸ ਦੇ ਨਾਲ। ਤੇ ਅਲਰਜਨਸ ਹੈਗੇ ਆ, ਜਿੱਦਾਂ ਪੋਲਨ ਹੈਗਾ ਆ ਜਾਂ ਹੋਰ ਧੂੜ ਧੂਆਂ ਹੈਗੇ ਆ, ਅਲਰਜਨਸ ਹੈਗੇ ਆ, ਉਹ ਸਾਨੂੰ ਅਫੈਕਟ ਕਰਦੇ ਆ। ਤੇ ਯੂਵੀ ਰੇਡੀਏਸ਼ਨ ਜਿਹੜੀਆਂ ਅਲਟਰਾ ਵਾਇਲਟ ਰੇਡੀਏਸ਼ਨਸ ਹੈਗੀਆਂ, ਉਹ ਸਾਡੀ এনवायरमेंट ਦੇ ਥਰੂ ਸਾਨੂੰ ਅਫੈਕਟ ਕਰਦੀਆਂ। ਸਮੋਕਿੰਗ ਜਿਹੜੀ ਹੈ ਉਹ ਸਾਨੂੰ ਅਫੈਕਟ ਕਰਦੀ ਹੈ, ਸਪੈਸ਼ਲੀ ਜਿਹੜੇ ਰੋਮੇਟੋਇਡ ਡਿਜ਼ੀਜ਼ ਹੈਗੀ ਆ, ਉਹਦੇ ਵਿੱਚ ਕਾਫੀ ਇਹ ਅਫੈਕਟ ਕਰਦੀ ਹੈਗੀ ਆ। ਜਿਹੜਾ ਇਮਿਊਨ ਸਿਸਟਮ ਹੈਗਾ ਆ, ਇਹ ਸਾਨੂੰ ਸਾਡੀ ਸਕਿਨ ਦੇ ਥਰੂ, ਸਾਡੀ ਮਿਊਕੋਸਲ ਲਾਈਨਿੰਗ ਜਿਹੜੀ ਹੈਗੀ ਆ, ਮੂੰਹ ਦੀ ਜਿਹੜੀ ਝਿੱਲੀ ਹੈਗੀ ਆ ਜਾਂ ਨੱਕ ਗਲੇ ਦੀ ਝਿੱਲੀ ਹੈ, ਉਹਦੇ ਰਾਹੀਂ ਲਾਈਸੋਜ਼ੋਮਸ ਹੈਗੇ, ਉਹਦੇ ਵਿੱਚ ਇੱਕ ਸਪੈਸ਼ਲ ਐਂਜ਼ਾਈਮਸ ਹੁੰਦੇ ਆ। ਫੇਗੋਸਾਈਟਸ ਹੈਗੇ ਆ ਜਿਹੜੇ ਕਿ ਇਨਗਲਫ ਕਰਦੇ ਹੈਗੇ ਆ ਬੈਕਟੀਰੀਆ ਨੂੰ, ਸੈਲਸ। ਗਲੋਬੂਲਿਨਸ ਹੈਗੀਆਂ, ਪ੍ਰੋਟੀਨਸ ਜਿਹੜੀਆਂ ਹੈਗੀਆਂ, ਇਹ ਸਾਨੂੰ ਪ੍ਰੋਟੈਕਟ ਕਰਦੀਆਂ ਹੈ। ਫਿਰ ਸੈੱਲ ਮੀਡੀਏਟਡ ਇਮਿਊਨਿਟੀ ਹੈਗੀ ਆ, ਫਿਰ ਕੰਪਲੀਮੈਂਟ ਅਤੇ ਇੰਟਰਫੇਰੋਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਮਿਊਨ ਸਿਸਟਮ ਦੀਆਂ ਪਾਰਟ ਹੈਗੇ ਆ। ਔਰ ਇਹ ਸਾਨੂੰ ਇਨੇਟ ਇਮਿਊਨਿਟੀ ਜਿਹੜੀ ਹੈਗੀ ਆ, ਉਹ ਸਾਨੂੰ ਬਚਾਉਂਦੀ ਹੈਗੀ ਆ ਇਹਨਾਂ এনवायरमेंटल ਫੈਕਟਰ ਤੋਂ। ਫਿਰ ਫੰਡਾਮੈਂਟਲ ਬਿਲਡਿੰਗ ਬਲੌਕ ਸਾਡੀ ਬਾਡੀ ਦੇ ਕਿਹੜੇ ਹੈਗੇ ਆ? ਨਿਊਟ੍ਰੀਐਂਟਸ ਹੈਗੇ ਆ, ਵਿਟਾਮਿਨਸ ਹੈ, ਮਿਨਰਲਸ ਹੈ, ਕਾਰਬੋਹਾਈਡਰੇਟਸ ਹੈ, ਫੈਟਸ ਹੈ, ਪ੍ਰੋਟੀਨਸ ਹੈ, ਨਿਊਕਲਿਕ ਐਸਿਡਸ ਹੈ, ਵਾਟਰ ਤੇ ਆਕਸੀਜਨ। ਇਹ ਸਾਰੇ ਫੰਡਾਮੈਂਟਲ ਬਲੌਕਸ ਜਿਹੜੇ ਹੈ, ਇਹ ਸਾਡੀ ਬਾਡੀ ਦੇ ਜਿਹੜੇ ਇਮਿਊਨ ਸਿਸਟਮ ਹੈਗਾ, ਉਹਨੂੰ ਸਾਰੇ ਨੂੰ ਬੂਸਟ ਕਰਦੇ ਹੈਗੇ ਆ। ਤੇ ਕਈ ਡੈਫੀਸ਼ੀਐਂਸੀਜ਼ ਅਗਰ ਹੋ ਜਾਂਦੀਆਂ ਆ ਤੇ ਉਹਦੇ ਨਾਲ ਇਹ ਜਿਹੜੀ ਆਟੋ ਇਮਿਊਨਿਟੀ ਹੈਗੀ ਆ, ਉਹ ਜ਼ਿਆਦਾ ਵੱਧ ਜਾਂਦੀ ਹੈ। ਤਕਰੀਬਨ ਹਰ ਆਟੋ ਇਮਿਊਨ ਪੇਸ਼ੈਂਟ ਦੇ ਵਿੱਚ ਤਕਰੀਬਨ ਘੱਟੋ ਘੱਟ 4 ਡੈਫੀਸ਼ੀਐਂਸੀਜ਼ ਹਰ ਇੱਕ ਨੂੰ ਹੁੰਦੀਆਂ ਆ। ਉਹਦੇ ਵਿੱਚ ਕਿਹੜੀਆਂ ਹੈ? ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੁੰਦੀ ਆ ਉਹਨਾਂ ਵਿੱਚ, ਸਾਰਿਆਂ ਦੇ ਵਿੱਚ। ਵਿਟਾਮਿਨ B12 ਦੀ ਡੈਫੀਸ਼ੀਐਂਸੀਜ਼ ਹੁੰਦੀ ਆ, ਜ਼ਿੰਕ ਦੀ ਹੁੰਦੀ ਆ, ਓਮੇਗਾ 3 ਦੀ ਹੁੰਦੀ ਆ, ਤੇ ਪਾਣੀ ਦੀ ਵੀ ਡੈਫੀਸ਼ੀਐਂਸੀ ਹੁੰਦੀ ਆ। ਕਈ ਵਾਰੀ ਇਹ ਦੇਖਣ ਚ ਆਇਆ ਕਿ ਆਇਰਨ ਡੈਫੀਸ਼ੀਐਂਸੀ ਅਨੀਮੀਆ ਜਿਹੜਾ ਹੈ, ਉਹ ਵੀ ਇਹਨਾਂ ਪੇਸ਼ੈਂਟਸ ਦੇ ਵਿੱਚ ਬਹੁਤ ਕਾਮਨ ਹੈਗਾ ਆ। ਤੇ ਫਿਰ ਆ ਜਾਂਦੀ ਲੀਕੀ ਗਟ। ਲੀਕੀ ਗਟ ਕੀ ਹੈ? ਲੀਕੀ ਗਟ ਦਾ ਮਤਲਬ ਇਹ ਹੈ ਕਿ ਸਾਡੀ ਜਿਹੜੀ ਮੂੰਹ ਤੋਂ ਲੈ ਕੇ ਗੁਦਾ ਤੱਕ ਸਾਡੀ ਐਲੀਮੈਂਟਰੀ ਕਨਾਲ ਹੈਗੀ ਆ, ਖਾਣੇ ਦੀ ਨਾਲੀ ਹੈ, ਉਹਦੇ ਵਿੱਚ ਜਿਹੜੀ ਪਹਿਲੀ ਪਰਤ ਹੈ, ਲੇਅਰ ਹੈ, ਉਹ ਤਕਰੀਬਨ ਇੰਟੈਸਟਾਈਨ ਦੀ ਜਿਹੜੀ ਪਰਤ ਹੈਗੀ ਆ, ਉਹ ਇੱਕ ਸੈੱਲ ਲੇਅਰ ਥਿਕ ਹੈਗੀ ਆ। ਔਰ ਉਹਦੇ ਜਿਹੜੇ ਸੈੱਲ ਹੈਗੇ ਆ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੈਗੇ ਆ। ਔਰ ਉਹ ਜੁੜੇ ਹੋਏ ਸੈੱਲ ਜਿਹੜੇ ਆ ਉਹ ਬੜੇ ਟਾਈਟ ਜੰਕਸ਼ਨਸ ਦੇ ਨਾਲ ਜੁੜੇ ਹੋਏ ਆ। ਔਰ ਉਹਦੇ ਵਿੱਚੋਂ ਮਤਲਬ ਕੋਈ ਵੀ ਚੀਜ਼ ਜਿਹੜੀ ਆ ਉਹ ਦੂਜੇ ਪਾਸੇ ਬਲੱਡ ਵਾਲੇ ਪਾਸੇ ਨਹੀਂ ਜਾ ਸਕਦੀ। ਪਰ ਕਈ ਜਿਹੜੀਆਂ ਚੀਜ਼ਾਂ ਅਸੀਂ ਖਾਣੇ ਹੈਗੇ ਆ, ਉਹ ਸਾਡੇ ਉਸ ਸਿਸਟਮ ਨੂੰ, ਜਿਹੜੇ ਇੱਕ ਦੂਜੇ ਸੈੱਲ ਦੇ ਨਾਲ, ਜਿਸ ਤਰ੍ਹਾਂ ਇੱਕ ਛਾਨਣੀ ਹੁੰਦੀ ਆ, ਉਹ ਛਾਨਣੀ ਦੇ ਵਿੱਚ ਅਗਰ ਛਾਨਣੀ ਵਿੱਚ ਕੋਈ ਰੁਕਾਵਟ ਆ ਜਾਏ ਜਾਂ ਉਹਦੇ ਵਿੱਚ ਕੋਈ ਛੇਦ ਹੋ ਜਾਏ, ਤਾਂ ਜਿਹੜੇ ਵੱਡੇ ਹਿੱਸੇ ਹੋਣਗੇ ਜਦੋਂ ਅਸੀਂ ਛਾਣਦੇ ਆ, ਉਹ ਵੀ ਉਹਦੇ ਵਿੱਚੋਂ ਨਿਕਲ ਜਾਂਦੇ ਆ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਉਹਦੇ ਵਿੱਚ ਖਾਸ ਕਰਕੇ ਜਿਹੜੀਆਂ ਪ੍ਰੋਟੀਨਸ ਹੈਗੀਆਂ ਆ, ਪ੍ਰੋਟੀਨਸ ਜਿਹੜੀਆਂ ਆ ਉਹ ਬਣੀਆਂ ਕਿਹੜੀਆਂ ਹੁੰਦੀਆਂ? ਜਿੱਦਾਂ ਮਾਲਾ ਹੁੰਦੀ ਆ, ਔਰ ਮਾਲਾ ਦੇ ਵਿੱਚ ਕੱਲੇ ਮਣਕੇ ਹੁੰਦੇ ਆ, ਔਰ ਮਣਕੇ ਦੀ ਤਰ੍ਹਾਂ ਦੇ ਅਮਾਈਨੋ ਐਸਿਡਸ ਹੁੰਦੇ ਆ। ਅਮਾਈਨੋ ਐਸਿਡ ਮਾਲਾ ਦੀ ਤਰ੍ਹਾਂ ਇੱਕ ਪ੍ਰੋਟੀਨ ਦੇ ਵਿੱਚ ਪਰੋਏ ਹੁੰਦੇ ਆ। ਔਰ ਜਦੋਂ ਸਾਡੀ ਬਾਡੀ ਦੇ ਵਿੱਚ ਉਹ ਡਾਈਜੈਸ਼ਨ ਹੁੰਦੀ ਆ ਤਾਂ ਉਹ ਕੱਲਾ ਜਿਹੜਾ ਮਣਕਾ ਹੈਗਾ ਜਾਂ ਅਮਾਈਨੋ ਐਸਿਡ ਹੈ, ਉਹ ਟੁੱਟ ਜਾਂਦਾ ਆ। ਔਰ ਉਹ ਕੱਲਾ ਅਮਾਈਨੋ ਐਸਿਡ ਹੀ ਸਾਡੇ ਬਾਡੀ ਦੇ ਵਿੱਚ ਉਸ ਜਿਹੜੀ ਲਾਈਨਿੰਗ ਹੈਗੀ ਆ, ਇੰਟੈਸਟਾਈਨ ਦੀ ਲਾਈਨਿੰਗ ਹੈਗੀ ਆ, ਉਹਦੇ ਵਿੱਚੋਂ ਅਬਜ਼ੌਰਬ ਹੋ ਕੇ ਸਾਡੇ ਬਲੱਡ ਦੇ ਵਿੱਚ ਜਾਂਦਾ ਹੈ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਜਿਹੜੀ ਉਹ ਮਾਲਾ ਹੈਗੀ ਆ, ਉਹ ਪੂਰੀ ਤਰ੍ਹਾਂ ਕੱਲੇ ਮਣਕੇ ਦੀ ਨਹੀਂ ਟੁੱਟਦੀ। ਉਹ ਕਈ ਵਾਰੀ 10-12 ਮਣਕੇ ਜਿਹੜੇ ਹੈਗੇ ਆ ਉਹ
ਟੁੱਟ ਜਾਂਦੀ ਆ ਔਰ 10-10 12 ਮਣ ਕੇ ਜਿਹੜੇ ਹੈਗੇ ਆ ਉਹ ਅਮਾਈਨੋ ਐਸਿਡ ਦੀ ਸ਼ਕਲ ਦੇ ਨਾਲ ਉਹ ਪੋਲੀਪੈਪਟਾਈਡ ਕਹਿੰਦੇ ਆ ਅਸੀਂ ਉਹਨਾਂ ਨੂੰ, ਉਹ ਸਾਡੇ ਬਾਡੀ ਦੇ ਵਿੱਚ ਚਲ ਜਾਂਦੇ ਆ। ਔਰ ਜਿਹੜੇ ਉਹ ਪੋਲੀਪੈਪਟਾਈਡ ਹੈਗੇ ਆ ਉਹ ਜਦੋਂ ਸਾਡੇ ਬਾਡੀ ਦੇ ਵਿੱਚ ਐਂਟਰ ਕਰ ਜਾਂਦੇ ਬਲੱਡ ਦੇ ਵਿੱਚ ਤਾਂ ਉਹਦੇ ਨਾਲ ਕੀ ਹੁੰਦਾ ਆ, ਉਹ ਇੱਕ ਇਨਫਲੇਮੇਟਰੀ ਰਿਐਕਸ਼ਨ ਜਿਹੜਾ ਹੈਗਾ ਆ, ਅਲਰਜਿਕ ਰਿਐਕਸ਼ਨ ਪੈਦਾ ਕਰ ਦਿੰਦੇ ਆ, ਕਿਉਂਕਿ ਬਾਡੀ ਜਿਹੜੀ ਆ ਉਹ ਸਮਝਦੀ ਆ ਕਿ ਇਹ ਫੋਰਨ ਮਟੀਰੀਅਲ ਸਾਡੇ ਅੰਦਰ ਆ ਗਿਆ ਔਰ ਉਹਨੂੰ ਉਹ ਬਾਹਰ ਕੱਢਣਾ ਚਾਹੁੰਦੀ ਆ ਔਰ ਉਹਦੇ ਅਗੇਂਸਟ ਜਿਹੜੀ ਹੈਗੀ ਆ ਐਂਟੀਬਾਡੀਜ਼ ਬਣ ਜਾਂਦੀਆਂ ਆ ਔਰ ਉਹਨੂੰ ਉੱਥੇ ਇਨਫਲੇਮੇਸ਼ਨ ਪੈਦਾ ਕਰ ਦਿੰਦੀ ਹੈਗੀ ਆ। ਔਰ ਇਸ ਤਰੀਕੇ ਦੇ ਨਾਲ ਜਿਹੜੀ ਇਹ ਸਾਡੀ ਲਾਈਨਿੰਗ ਹੈਗੀ ਆ, ਉਹ ਲਾਈਨਿੰਗ ਜਿਹੜੀ ਮਤਲਬ ਉਹਦੇ ਵਿੱਚ ਸੁਰਾਖ ਹੋ ਜਾਂਦੇ ਆ, ਉਹ ਸੁਰਾਖ ਜਿਹੜੇ ਆ ਸਭ ਤੋਂ ਵੱਡਾ ਕਾਰਨ ਆਟੋ ਇਮਿਊਨ ਡਿਜ਼ੀਜ਼ ਦਾ ਹੈ, ਜਿਹੜਾ ਕਿ ਨਾਰਮਲ ਜਿਹੜੀ ਸਾਡੀ ਐਲੋਪੈਥੀ ਹੈ ਉਹ ਉਹਨੂੰ ਅੱਜ ਤੱਕ ਤਕਰੀਬਨ ਰੈਕਗਨਾਈਜ਼ ਨਹੀਂ ਕਰਦੀ, ਪਰ ਦੈਟ ਇਜ਼ ਦਾ ਰੀਜ਼ਨ, ਉਹੀ ਰੀਜ਼ਨ ਹੈ ਜਿਹਦੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿਹੜੀ ਹੈਗੀ ਆ ਇੰਨੀ ਪ੍ਰੈਵਲੈਂਟ ਹੈਗੀ ਆ। ਗਟ ਇੰਟੈਗ੍ਰਿਟੀ ਜਿਹੜੀ ਆ ਉਹਦੇ ਨਾਲ ਫਿਰ ਡਿਸਬਾਇਓਸਿਸ ਹੋ ਜਾਂਦਾ, ਉਹ ਜਿਹੜੀ ਡਾਈਜੈਸ਼ਨ ਹੈਗੀ ਆ ਉਹਨੂੰ ਬਹੁਤ ਹੀ ਝਟਕਾ ਲੱਗਦਾ ਆ ਔਰ ਇਸੇ ਦੇ ਨਾਲ ਹੀ ਇਹ ਗਟ ਡਿਜ਼ੀਜ਼ ਹੋ ਜਾਂਦੀਆਂ ਤੇ ਇਹਦੇ ਨਾਲ ਹੀ ਆਟੋ ਇਮਿਊਨ ਡਿਜ਼ੀਜ਼ ਦਾ ਸ਼ੁਰੂਆਤ ਹੋ ਜਾਂਦੀ ਹੈ। ਇਹ ਤੁਹਾਨੂੰ ਜਾਣਦੇ ਹੋ ਤੁਸੀਂ ਕਿ 70 ਤੋਂ 80% ਜਿਹੜੀ ਇਮਿਊਨ ਸਿਸਟਮ ਸਾਡਾ ਬਾਡੀ ਦਾ ਹੈਗਾ ਆ ਉਹ ਸਾਡੇ ਐਲੀਮੈਂਟਰੀ ਕਨਾਲ ਦੇ ਵਿੱਚ ਗਟ ਦੇ ਵਿੱਚ ਹੁੰਦਾ ਹੈ। ਗਟ ਕਰਦੀ ਕੀ ਆ, ਗਟ ਸਾਡੇ ਸਿਸਟਮ ਦੇ ਵਿੱਚ ਸਾਡੇ ਖਾਣੇ ਨੂੰ ਅਬਜ਼ੌਰਬ ਕਰਦੀ ਆ, ਡਾਈਜੈਸਟ ਕਰਦੀ ਆ, ਅਸਿਮੀਲੇਟ ਕਰਦੀ ਆ, ਡਿਸਟਰੋਏ ਵੀ ਕਰਦੀ ਆ ਤੇ ਐਲੀਮੀਨੇਟ ਵੀ ਕਰਦੀ ਟੌਕਸਿਨਸ ਨੂੰ, ਤੇ ਰੈਗੂਲਰ ਪਾਣੀ ਤੇ ਇਲੈਕਟ੍ਰੋਲਾਈਟ ਨੂੰ ਰੈਗੂਲੇਟ ਵੀ ਕਰਦੀ ਹੈਗੀ ਆ, ਬੈਲੈਂਸ ਕਰਦੀ ਆ। ਤੇ ਜਿਹੜੇ ਸਾਡੇ ਮਾਈਕਰੋਬਾਇਓਮ ਹੈ, ਜਿਹੜੇ ਸਾਡੇ ਫਰੈਂਡਲੀ ਬੈਕਟੀਰੀਆ ਹੈਗੇ ਆ ਉਹਨਾਂ ਨੂੰ ਹਾਰਬਰ ਕਰਦੀ ਆ ਤੇ ਇਹ ਸਾਡੇ ਬ੍ਰੇਨ ਦੇ ਨਾਲ ਕਨੈਕਟ ਕਰਦੀ ਆ ਤੇ ਕਮਿਊਨੀਕੇਟ ਕਰਦੀ ਆ ਥਰੂ ਐਂਡ ਫਰੋ, ਉੱਪਰ ਵੀ ਕਮਿਊਨੀਕੇਟ ਕਰਦੀ ਆ ਔਰ ਬ੍ਰੇਨ ਵੀ ਥਰੂ ਮਤਲਬ ਮੀਡੀਏਟ ਕਰਦਾ ਹੈਗਾ ਆ ਨੀਚੇ ਗਟ ਨੂੰ। ਸੋ ਇਸ ਤਰ੍ਹਾਂ ਇਹ ਸਾਰੀ ਕਮਿਊਨੀਕੇਸ਼ਨ ਵੀ ਇਹਦੇ ਥਰੂ ਹੁੰਦੀ ਹੈਗੀ ਆ। ਤੇ ਇਹ ਜਿਹੜੀ ਸਾਡੀ ਗਟ ਹੈਗੀ ਆ, ਇਮਿਊਨਿਟੀ ਹੈਗੀ ਆ, ਇਹ ਤਕਰੀਬਨ 5 ਤਰੀਕਿਆਂ ਦੇ ਨਾਲ ਸਾਡੀ ਬਾਡੀ ਨੂੰ ਅਫੈਕਟ ਕਰਦੀ ਹੈਗੀ ਆ। ਇੱਕ ਦਾ ਹੈ ਗਾਲਟ ਗੈਸਟਰੋ ਐਸੋਸੀਏਟਿਡ ਲਿੰਫੋਇਡ ਟਿਸ਼ੂ ਜਿਹੜਾ ਹੈਗਾ ਆ, ਉਹ ਡਿਫੈਂਸ ਮੈਕੈਨਿਜ਼ਮ, ਇਹਦੇ ਵਿੱਚ ਸਾਰੇ ਜਿਹੜੇ ਸੈਲਸ ਹੈਗੇ ਲਿੰਫੋਇਡ ਟਿਸ਼ੂ ਦੇ ਵਿੱਚ ਸੈਲਸ ਬਣਦੇ ਆ, ਇਮਿਊਨਿਟੀ ਦੇ ਸੈੱਲ ਹੁੰਦੇ ਆ। ਔਰ ਟਾਈਟ ਜੰਕਸ਼ਨ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਕਿ ਉਹਨਾਂ ਦੇ ਵਿੱਚ ਇੰਟੈਗ੍ਰਿਟੀ ਜਿਹੜੀ ਹੈਗੀ ਆ, ਉਹਨਾਂ ਦੀ ਇੰਟੈਗ੍ਰਿਟੀ ਟੁੱਟ ਜਾਂਦੀ ਆ, ਉਹਦੇ ਨਾਲ ਵੀ ਇਹ ਇਮਿਊਨਿਟੀ ਜਿਹੜੀ ਆ ਅਫੈਕਟ ਕਰਦੀ ਆ। ਤੇ ਮਿਊਕੋਜ਼ਲ IgA ਆ, ਜਿਹੜੀ ਵੀ ਲਾਈਨਿੰਗ ਹੈਗੀ ਆ ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਇਮਿਊਨੋਗਲੋਬੁਲਿਨ ਹੁੰਦੀ ਆ, ਉਹਦਾ ਨਾਮ A ਹੈ, ਜਿਹੜੀ ਕਿ ਇਮੀਡੀਏਟ ਜਿਹੜਾ ਐਂਟੀਬਾਡੀਜ਼ ਬਣਾ ਕੇ ਤੇ ਉਹ ਜਿਹੜਾ ਸਾਡਾ ਹਮਲਾਵਰ ਹੈਗਾ ਜਾਂ ਬੈਕਟੀਰੀਆ ਹੈਗਾ ਜਾਂ ਮਾਈਕਰੋ ਆਰਗੇਨਿਜ਼ਮ ਹੈ ਉਹਨੂੰ ਦੇਅਰ ਐਂਡ ਦੈਨ ਉਹਦੇ ਉੱਤੇ ਟੈਕਲ ਕਰ ਲੈਂਦੀ ਹੈਗੀ ਆ। ਇਹ ਸਾਡੇ ਫਰੈਂਡਲੀ ਬੈਕਟੀਰੀਆ ਹੈਗੇ ਆ ਜਿਹੜੀ ਕਿ 70 to 80% ਜਿਸ ਤਰ੍ਹਾਂ ਮੈਂ ਦੱਸਿਆ ਕਿ ਇਮਿਊਨਿਟੀ ਸਾਨੂੰ ਦਿੰਦੇ ਹੈਗੇ ਆ। ਇਹੀ ਜਿਹੜੇ ਬੈਕਟੀਰੀਆ ਹੈਗੇ ਆ, ਇਹਨਾਂ ਕੋਲ ਸਾਡੀ ਸਾਰੀ ਬਾਡੀ ਦਾ 99% ਜੀਨੋਮ ਹੈ, ਜੈਨੇਟਿਕ ਮਟੀਰੀਅਲ ਜਿੰਨਾ ਵੀ ਸਾਡੇ ਬਾਡੀ ਦਾ ਹੈ ਉਹ ਸਾਰਾ ਦੇ ਸਾਰਾ ਸਾਡੀ ਇਹਨਾਂ ਮਾਈਕਰੋ ਆਰਗੇਨਿਜ਼ਮ ਦੇ ਵਿੱਚ, ਮਾਈਕਰੋਬਾਇਓਮ ਦੇ ਵਿੱਚ ਹੈਗਾ ਆ। ਔਰ 60% ਵਿਟਾਮਿਨ K ਜਿਹੜਾ ਹੈਗਾ ਆ ਉਹ ਸਾਡੀ ਬਾਡੀ ਦੇ ਵਿੱਚ ਇਸ ਜਗ੍ਹਾ ਤੇ ਸਾਡੇ ਇੰਟੈਸਟਾਈਨ ਦੇ ਵਿੱਚ ਪੈਦਾ ਹੁੰਦਾ ਆ। 40% ਬਾਇਓਟਿਨ ਹੈਗੀ ਆ ਜਿਹੜੀ ਕਿ ਵਿਟਾਮਿਨ 8 ਕਹਿੰਦੇ ਆ ਅਸੀਂ, ਉਹ ਪੈਦਾ ਹੁੰਦਾ ਹੈ। ਤੇ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਆ ਨਿਊਰੋ ਟਰਾਂਸਮਿਟਰਸ ਉਹ ਵੀ ਇਹਦੇ ਸਾਡੀ ਬਾਡੀ ਦੇ ਵਿੱਚ, ਜਿਸ ਤਰ੍ਹਾਂ ਸੀਰੋਟੋਨਨ ਹੈ, ਡੋਪਾਮੀਨ ਹੈ, ਇਹ ਸਾਰੇ ਜਿਹੜੇ ਨਿਊਰੋ ਟਰਾਂਸਮਿਟਰਸ ਹੈਗੇ ਆ ਇਹ ਮੋਸਟਲੀ ਸਾਡੇ ਗੱਟ ਦੇ ਵਿੱਚ ਹੀ ਪੈਦਾ ਹੁੰਦੇ ਆ, ਜਿਹੜੇ ਕਿ ਸਾਡੇ ਬ੍ਰੇਨ ਨੂੰ ਅਫੈਕਟ ਕਰਦੇ ਹੈਗੇ ਆ। ਫਿਰ ਆ ਜਾਂਦਾ ਸਟੋਮਿਕ ਐਸਿਡ। ਸਟੋਮਿਕ ਐਸਿਡ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈਗਾ ਆ, ਹਾਈਡਰੋਕਲੋਰਿਕ ਐਸਿਡ ਸਾਡੇ ਸਟੋਮਿਕ ਦੇ ਵਿੱਚ ਹੈਗਾ ਆ, ਉਹ ਫਸਟ ਲਾਈਨ ਆਫ ਡਿਫੈਂਸ ਜਿਹੜੀ ਹੈਗੀ ਆ ਉਹ ਐਕਟ ਕਰਦਾ ਹੈਗਾ ਆ। ਕੋਈ ਵੀ ਬੈਕਟੀਰੀਆ ਵਾਇਰਸ ਜੋ ਹੈ ਜੋ ਸਾਡੇ ਅਸੀਂ ਖਾਂਦੇ ਹੈਗੀਆਂ ਭੋਜਨ, ਉਹਦੇ ਵਿੱਚ ਜੇ ਚਲੇ ਵੀ ਜਾਵੇ ਤਾਂ ਸਾਡਾ ਜਿਹੜਾ ਸਟੋਮਿਕ ਐਸਿਡ ਹੈਗਾ ਆ ਉਹ ਉਹਨਾਂ ਨੂੰ ਡਿਸਟਰੋਏ ਕਰ ਦਿੰਦਾ ਆ। ਤੁਹਾਡੀ ਜਾਣਕਾਰੀ ਦੇ ਲਈ ਮੈਂ ਦੱਸ ਦੇਵਾਂ ਕਿ ਇਹ ਜਿਹੜਾ ਸਾਡੇ ਬਾਡੀ ਦਾ ਸਟੋਮਿਕ ਐਸਿਡ ਹੈਗਾ ਆ, ਇਹਦੀ pH ਜਿਹੜੀ ਹੈ
ਤਕਰੀਬਨ 1 ਜਾਂ 2 ਜਾਂ 3 ਤੱਕ ਹੁੰਦੀ ਹੈਗੀ ਆ। 1 ਜਾਂ 2 ਤੇ ਦੀ ਜਿਹੜੀ ਪੀਐਚ ਹੈਗੀ ਆ, ਇਹ ਜਿਹੜੀ ਬੈਟਰੀ ਦਾ ਜਿਹੜੀ ਸਾਡੀ ਕਾਰਾਂ ਦੀ ਬੈਟਰੀ ਹੈ ਉਹਦੇ ਐਸਿਡ ਦੇ ਇਕੁਇਵਲੈਂਟ ਹੁੰਦਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਕਿ ਜੇ ਇਹਦੇ ਵਿੱਚ ਉਂਗਲ ਅਸੀਂ ਭਿਗੋ ਦਈਏ ਤਾਂ ਉਂਗਲ ਸਾਡੀ ਸਾਰੀ ਜਲ ਜਾਏਗੀ। ਤੋ ਇੰਨਾ ਸਟਰੋਂਗ ਹੁੰਦਾ ਆ। ਔਰ ਪਰ ਇਹ ਸਾਡੇ ਸਟਮਕ ਨੂੰ ਇਫੈਕਟ ਨਹੀਂ ਕਰਦਾ, ਕਿਉਂਕਿ ਸਟਮਕ ਦੇ ਵਿੱਚ ਖਾਸ ਤਰ੍ਹਾਂ ਦੀ ਜਿਹੜੀ ਝਿੱਲੀ ਹੈਗੀ ਆ, ਪ੍ਰਾਈਟਲ ਲੇਅਰ ਹੈਗੀ ਆ, ਉਹਦੇ ਵਿੱਚ ਮਿਊਕਸ ਮੈਂਬਰੇਨ ਹੈ, ਮਿਊਸਿਨ ਹੁੰਦੀ ਆ, ਉਹ ਇਹਨੂੰ ਮਤਲਬ ਸਾਡੇ ਬਾਡੀ ਦੇ ਵਿੱਚ ਅਫੈਕਟ ਨਹੀਂ ਕਰਨ ਦਿੰਦੀ। ਸਾਡੇ ਸੈਲਸ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਐਸਿਡ ਜਿਹੜਾ ਹੈਗਾ ਆ ਉਹ ਅਫੈਕਟ ਨਹੀਂ ਕਰਦਾ। ਪਰ ਜਦੋਂ ਇਹ ਐਸਿਡ ਡਕਾਰ ਦੇ ਨਾਲ ਜਾਂ ਉਲਟੀ ਦੇ ਨਾਲ ਉੱਪਰ ਆ ਜਾਂਦਾ ਆ ਤੇ ਸਾਡੇ ਜਲਨ ਹੋਣ ਲੱਗਦੀ ਆ ਉੱਪਰਲੇ ਹਿੱਸੇ ਦੇ ਵਿੱਚ, ਐਸੋਫੇਗਸ ਦੇ ਵਿੱਚ, ਉਦੋਂ ਇਹ ਇਫੈਕਟ, ਕਿਉਂਕਿ ਉੱਥੇ ਉਹ ਜਿਹੜਾ ਪ੍ਰੀਵੈਂਟਿਵ ਸਿਸਟਮ ਹੈਗਾ ਆ ਉਹ ਹੁੰਦਾ ਨਹੀਂ ਹੈ, ਇਸ ਕਰਕੇ ਉਹ ਉੱਥੇ ਇਫੈਕਟ ਕਰ ਦਿੰਦੀ ਹੈਗੀ ਆ। ਤੇ ਲੀਕੀ ਗਟ ਕਿਉਂ ਕਿਸ ਤਰ੍ਹਾਂ ਕਾਜ਼ ਹੁੰਦੀ ਆ? ਜਿਹੜੀ ਮੈਂ ਤੁਹਾਨੂੰ ਲੀਕੀ ਗਟ ਦੱਸਿਆ ਹੈ ਕਿ ਲੀਕੀ ਗਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਕਟਰ ਹੈਗਾ ਆ ਇਸ ਆਟੋਇਮਿਊਨ ਡਿਜ਼ੀਜ਼ ਦਾ। ਉਹਦੇ ਕਾਰਨ ਕੀ ਆ? ਕਿਸ ਤਰ੍ਹਾਂ? ਕੈਮੀਕਲ ਕੰਟੇਨਿੰਗ ਟੌਕਸਿਨਸ ਲਾਈਕ ਪੈਰਾਪਲਾਸਟਿਕਸ, ਇਹ ਜਦੋਂ ਅਸੀਂ ਲੈਨੇ ਹੈਗੇ ਆ ਟੌਕਸਿਨਸ ਦੇ ਨਾਲ ਵੀ ਇਹ ਜਿਹੜੀ ਲੀਕੀ ਗਟ ਹੋ ਜਾਂਦੀ ਆ, ਔਰ ਜਿਹੜੀ ਇੰਟੈਗ੍ਰਿਟੀ ਆਫ ਟਾਈਟ ਜੰਕਸ਼ਨਸ ਹੈਗੀ ਆ ਉਹ ਡਿਸਟਰਬ ਹੋ ਜਾਂਦੀ ਹੈ। ਸ਼ੂਗਰ ਜਿਹੜੀ ਹੈ ਸਭ ਤੋਂ ਵੱਡੀ ਕਲਪ੍ਰਿਟ ਹੈਗੀ ਆ। ਪੈਸਟੀਸਾਈਡਸ ਹੈ, ਗਲੈਡ ਇਨ ਗਲੂਟਨ ਹੈਗੀ ਆ, ਜਿਹੜੀ ਕਣਕ ਦੇ ਵਿੱਚ ਗਲੂਟਨ ਅੱਜ ਕੱਲ ਤੁਹਾਨੂੰ ਦੱਸਦੇ ਆ ਕਿ ਸਭ ਤੋਂ ਵੱਡਾ ਕਾਰਨ ਬਣਦਾ ਹੈ। GMO ਫੂਡਸ ਹੈਗੇ ਆ, ਕੈਂਡੀਡਾ ਓਵਰਗ੍ਰੋਥ ਹੈਗੀ ਆ, ਮੈਡੀਕੇਸ਼ਨ ਜਿਹੜੇ ਜਿੰਨੇ ਵੀ ਅਸੀਂ ਜੋੜਾਂ ਦੀਆਂ ਬਿਮਾਰੀਆਂ ਦੇ ਦਰਦਾਂ ਦੀਆਂ ਗੋਲੀਆਂ ਖਾਂਦੇ ਆ, ਨਸੇਡ ਬਰੂਫਨ ਵਗੈਰਾ, ਆਪਣੇ ਡਿਕਲੋਮੋਲ ਵਗੈਰਾ, ਇਹ ਸਾਰੀਆਂ ਜਿਹੜੀਆਂ ਹੈਗੀਆਂ, ਐਸਪਰੀਨ ਹੈ ਤੇ ਐਂਟੀਸਿਡ ਤੇ ਐਂਟੀਬਾਇਓਟਿਕਸ ਹੈਗੇ ਆ, ਇਹ ਸਾਰੀਆਂ ਬਿਮਾਰੀਆਂ ਮਤਲਬ ਮੈਡੀਸਨ ਜਿਹੜੀਆਂ ਹੈਗੀਆਂ ਆ ਇਹ ਇਸ ਲੀਕੀ ਗਟ ਨੂੰ ਹੋਣ ਦੇ ਵਿੱਚ ਬਹੁਤ ਸਹਾਇਤਾ ਕਰਦੀਆਂ ਹੈ। ਫਿਰ ਕਈ ਇਨਫੈਕਸ਼ਨਸ ਹੈਗੀਆਂ ਆ, ਜੇ ਬਹੁਤ ਸਾਰੀ ਐਕਸਰਸਾਈਜ਼ ਜਿਹੜੀ ਮੋਡਰੇਟ ਤੋਂ ਜ਼ਿਆਦਾ ਸਵੀਅਰ ਐਕਸਰਸਾਈਜ਼ ਕਰਦੇ ਆ ਕਈ, ਉਹ ਵੀ ਇਹਦਾ ਕਾਰਨ ਬਣਦੀ ਹੈ। ਫਿਰ ਸਾਡੇ ਦਿਮਾਗ ਦੇ ਉੱਤੇ ਸਟ੍ਰੈਸ ਹੈ ਜਿਹੜਾ ਕਿ ਸਟ੍ਰੈਸ ਹਾਰਮੋਨ ਪੈਦਾ ਕਰਦੇ ਆ, ਔਰ ਉਹਦੇ ਨਾਲ ਵੀ ਇਹ ਜ਼ਿਆਦਾ ਹੁੰਦਾ। ਕਈ ਵਾਰੀ ਫੂਡ ਅਲਰਜਨਸ ਹੈਗੇ ਆ, ਕਈ ਵਾਰੀ ਫੂਡ ਜਿਹੜਾ ਸਾਡਾ ਅਸੀਂ ਖਾਂਦੇ ਆ ਉਹਦੇ ਵਿੱਚ ਜ਼ਿਆਦਾ ਸੈਂਸਿਟਿਵਿਟੀ ਹੁੰਦੀਆਂ, ਔਰ ਉਹ ਫੂਡ ਸਾਨੂੰ ਹਜਮ ਨਹੀਂ ਹੁੰਦਾ, ਔਰ ਉਹਦੇ ਕਰਕੇ ਵੀ ਇਹ ਪ੍ਰੋਬਲਮ ਹੋ ਜਾਂਦੀ ਹੈ। ਕਈ ਵਾਰੀ ਸਾਡੀ ਖੁਰਾਕ ਜਿਹੜੀ ਅਸੀਂ ਬਾਹਰੋਂ ਖੁਰਾਕ ਖਾਂਦੇ ਆ, ਜਿਹੜੀ ਸਾਡੀ ਪ੍ਰੀਜ਼ਰਵੇਟਿਵਸ ਜਿਹਦੇ ਵਿੱਚ ਹੁੰਦੇ ਆ ਜਾਂ ਐਡੀਟਿਵਸ ਪਾਏ ਹੁੰਦੇ ਆ ਉਹਦੇ ਸ਼ੈਲਫ ਲਾਈਫ ਵਧਾਉਣ ਦੇ ਲਈ, ਉਹ ਸਾਰੇ ਕੈਮੀਕਲਸ ਜਿਹੜੇ ਹੈਗੇ ਆ ਉਹ ਇਹਨੂੰ ਲੀਕੀ ਗਟ ਨੂੰ ਬਣਨ ਦੇ ਵਿੱਚ ਬਹੁਤ ਹੈਲਪ ਕਰਦੇ ਹੈਗੇ ਆ। ਕਿਹੜੇ ਬਾਡੀ ਦੇ ਪਾਰਟ ਹੈਗੇ ਆ ਜਿਹੜੇ ਕਿ ਅਫੈਕਟ ਹੁੰਦੇ ਆ? ਮੇਰਾ ਖਿਆਲ ਆ ਕਿ ਕੋਈ ਵੀ ਪਾਰਟ ਐਸਾ ਨਹੀਂ ਹੈ ਜਿਹੜਾ ਕਿ ਇਹਦੇ ਅਸਰ ਤੋਂ ਬਚਿਆ ਹੋਵੇ। ਜਿੰਨੀਆਂ ਵੀ ਗਲੈਂਡਸ ਹੈਗੀਆਂ, ਮਸਲਸ ਹੈ, ਨਰਵਸ ਹੈ, ਟ੍ਰੇਕੀਆ ਹੈ, ਬਲੱਡ ਤੇ ਬਲੱਡ ਵੈਸਲਸ ਹੈਗੀਆਂ, ਹਾਰਟ, ਸਕਿਨ, ਐਸੋਫੇਗਸ, ਲਿਵਰ, ਕਿਡਨੀ, ਯੂਟਰਸ, ਓਵਰੀ, ਸਰਵਿਕਸ, brain, eyes, mouth, spinal cord, thyroid, lungs, stomach, joints, pancreas, large intestine, small intestine, bladder, vagina, ਇਹ ਸਾਰੇ ਹੀ ਆਰਗਨ ਜਿੰਨੇ ਵੀ ਸਾਡੇ ਬਾਡੀ ਦੇ ਆਰਗਨਸ ਹੈਗੇ ਆ ਸਾਰੇ ਹੀ ਅਫੈਕਟ ਹੁੰਦੇ ਆ ਇਸ ਆਟੋਇਮਿਊਨ। ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਹੀ ਘਾਤਕ ਹੈਗੀ ਆ, ਔਰ ਇਸ ਬਿਮਾਰੀ ਤੇ ਜਿੰਨੇ ਲੋਕ ਮਰਦੇ ਹੈਗੇ ਆ ਉਹ ਨਾ ਤਾਂ ਕੈਂਸਰ ਤੇ ਨਾ ਆਪਣੇ ਹਾਰਟ ਡਿਜ਼ੀਜ਼ ਤੋਂ ਵੀ ਜ਼ਿਆਦਾ ਘਾਤਕ ਬਿਮਾਰੀ ਹੈ, ਔਰ ਇਹਨੂੰ ਪਰ ਇੰਨੀ ਇੰਪੋਰਟੈਂਸ ਨਹੀਂ ਦਿੱਤੀ, ਕਿਉਂਕਿ ਸਾਰੇ ਸਿਸਟਮ ਜਦੋਂ ਇਹ ਸਾਰੇ ਸਿਸਟਮਸ ਨੂੰ ਇਨਵੋਲਵ ਕਰਦੀ ਹੈਗੀ ਆ ਤਾਂ ਇਹਦੇ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਸਾਰੀਆਂ ਬਿਮਾਰੀਆਂ ਤੋਂ ਜ਼ਿਆਦਾ ਹੁੰਦੇ ਹੈਗੇ ਆ। ਤੇ ਇਹ ਸ਼ਕਲ ਜਿਹੜੀ ਹੈ ਇਹ ਰੂਮੇਟੋਇਡ ਆਰਥਰਾਈਟਿਸ ਦੀ ਹੈ, ਜਿਹਦੇ ਵਿੱਚ ਕਿ ਸਾਰੇ ਜਿਹੜੇ ਹੱਥਾਂ ਦੇ ਜੁਆਇੰਟਸ ਹੈਗੇ ਆ ਕਿਸ ਤਰ੍ਹਾਂ ਡਿਫਾਰਮਡ ਹੋ ਗਏ ਹੈਗੇ ਆ, ਇਹ ਤੁਹਾਨੂੰ ਸ਼ਕਲ ਤੋਂ ਪਤਾ ਲੱਗ ਸਕਦਾ ਹੈਗਾ ਆ। ਫਿਰ ਆ ਹੈ SLE ਹੈ, ਸਿਸਟੈਮਿਕ ਲੂਪਸ ਐਰੀਥਰੋਮੈਟੋਸਿਸ, ਮੇਲਰ ਰੈਸ਼ ਹੈ। ਇਸ ਤਰ੍ਹਾਂ ਦੀ ਜਿਹੜੀ ਮੂੰਹ ਦੇ ਉੱਤੇ ਰੈਸ਼ ਹੋ ਜਾਂਦੀ ਆ ਲਾਲ ਰੰਗ ਦੀ ਆ ਜਿਹੜੀ, ਇਹਨੂੰ ਅਸੀਂ SLE ਕਹਿੰਦੇ ਹੈਗੇ ਆ। ਇਹ ਵੀ ਕਨੈਕਟਿਵ ਟਿਸ਼ੂ ਡਿਜ਼ੀਜ਼ ਹੈਗੀ ਆ, ਔਰ ਇਹ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈਗੀ ਆ। ਬਹੁਤੇ ਲੋਕਾਂ ਦੇ ਤੁਸੀਂ ਇਹ ਦੇਖਿਆ ਹੋਊਗਾ ਕਿ ਇਸ ਤਰ੍ਹਾਂ ਦੀ ਮੇਲਰ ਜਿਹੜੀ ਰੈਸ਼ ਹੋ ਜਾਂਦੀ ਹੈਗੀ ਆ। ਇਹ ਸੋਗਰਨ ਸਿੰਡਰੋਮ ਹੈ, ਇਹਦੇ ਵਿੱਚ ਜਿਹੜੀਆਂ ਡਰਾਈ ਆਈਜ਼, ਅੱਖਾਂ ਬੜੀਆਂ ਖੁਸ਼ਕ ਹੋ ਜਾਂਦੀਆਂ ਹੈਗੀਆਂ, ਮੂੰਹ ਬੜਾ ਡਰਾਈ ਹੋ ਜਾਂਦਾ ਹੈਗਾ ਆ, ਥੁੱਕ ਨਹੀਂ ਬਣਦਾ ਹੈਗਾ ਆ,
ਇਹ ਵੀ ਇਹਦੇ ਵਿੱਚ ਵੀ ਜਿਹੜੀ ਲੈਕਰੀਮਲ ਔਰ ਸਲੇਵਰੀ ਗਲੈਂਡਸ ਹੈਗੀਆਂ ਆ ਉਹਦੀ ਡਿਸਟਰਕਸ਼ਨ ਹੋ ਜਾਂਦੀ ਆ ਔਰ ਸਾਡਾ ਜਿਹੜੇ ਟੀਅਰਸ ਹੈਗੇ ਆ ਉਹ ਨਹੀਂ ਬਣਦੇ ਤੇ ਸਾਡੇ ਮੂੰਹ 'ਚ ਥੁੱਕ ਨਹੀਂ ਬਣਦਾ ਔਰ ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਭਿਆਨਕ ਹੈਗੀ ਆ ਔਰ ਇਹਦੇ ਨਾਲ ਬਹੁਤ ਸਾਰੀ ਡਿਸੇਬਿਲਿਟੀ ਜਿਹੜੀ ਹੈਗੀ ਆ ਉਹ ਹੁੰਦੀ ਹੈਗੀ ਆ। ਫਿਰ ਹੀਲਿੰਗ ਅਖੀਰ ਦੇ ਵਿੱਚ ਇਹ ਆ ਕਿ ਹੀਲਿੰਗ ਕਿੱਦਾਂ ਹੋਣੀ ਆ ਇਹ ਕਿਉਂਕਿ ਇਸ ਦੀ ਜਿਹੜੀ ਦਵਾਈ ਹੈਗੀ ਆ ਉਹ ਕੋਈ ਖਾਸ ਐਲੋਪੈਥੀ ਦੇ ਵਿੱਚ ਨਹੀਂ ਹੈ ਤੇ ਇਹ ਸਿਰਫ ਇੱਕ ਸਾਡੇ ਲਾਈਫ ਸਟਾਈਲ ਨੂੰ ਇੰਪਰੂਵ ਕਰਨ ਦੇ ਨਾਲ ਹੀ ਅਸੀਂ ਇਹਨੂੰ ਠੀਕ ਹੋ ਸਕਦੇ ਹਾਂ। ਹੀਲਿੰਗ ਕੈਨ ਟੇਕ ਅਪ ਟੂ 3 ਈਅਰ 3 ਸਾਲ ਲੱਗ ਸਕਦੇ ਆ ਇਹਨੂੰ ਹੀਲਿੰਗ ਹੋਣ ਦੇ ਵਿੱਚ ਔਰ ਜਿਹੜੇ ਫਾਲੋਇੰਗ ਸਟੈਪਸ ਹੈਗੇ ਆ ਇਹ ਸਭ ਤੋਂ ਪਹਿਲਾ ਸਟੈਪ ਕਿਹੜਾ ਹੈਗਾ ਆ ਰਿਮੂਵ ਦਾ ਬੈਡ ਜਿਹੜੀਆਂ ਚੀਜ਼ਾਂ ਗਲਤ ਅਸੀਂ ਖਾਂਦੇ ਹੈਗੇ ਆ ਜਾਂ ਗਲਤ ਦਾ ਇਸਤੇਮਾਲ ਕਰਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਮੂਵ ਕਰਨਾ ਹੈ। ਉਹ ਗਲਤ ਚੀਜ਼ਾਂ ਕਿਹੜੀਆਂ ਹੈ ਆਲ ਫੂਡ ਅਲਰਜੀਜ਼ ਜਿਹੜੇ ਖਾਣੇ ਦੇ ਵਿੱਚ ਅਲਰਜੀ ਪੈਦਾ ਕਰਨ ਵਾਲੇ ਸਾਡੇ ਖਾਣੇ ਹੈਗੇ ਆ ਉਹਨਾਂ ਨੂੰ ਅਸੀਂ ਨਹੀਂ ਲੈਣਾ। ਤੇ ਜਿੰਨੇ ਟੌਕਸਿਨਸ ਹੈਗੇ ਆ ਕੈਮੀਕਲਸ ਹੈਗੇ ਆ ਉਹ ਅਸੀਂ ਆਪਣੇ ਖੁਰਾਕ ਦੇ ਵਿੱਚੋਂ ਖਾਣੇ ਦੇ ਵਿੱਚੋਂ ਬੰਦ ਕਰਨੇ ਹੈਗੇ ਆ। ਜਿੰਨੀਆਂ ਇਨਫੈਕਸ਼ਨਸ ਹੈਗੀਆਂ ਕੋਈ ਵੀ ਇਨਫੈਕਸ਼ਨ ਜੇ ਸਾਡੀ ਬੋਡੀ ਦੇ ਵਿੱਚ ਹੈਗੀ ਆ ਉਹਦਾ ਚੈੱਕ ਕਰਾ ਕੇ ਉਹਨੂੰ ਉਹ ਤੋਂ ਛੁਟਕਾਰਾ ਪਾਉਣਾ ਹੈਗਾ। ਇਨਫਲੇਮੇਸ਼ਨਸ ਹੈ ਜੇ ਸਾਡੀ ਬੋਡੀ ਦੇ ਵਿੱਚ ਕਿਤੇ ਵੀ ਇਨਫਲੇਮੇਸ਼ਨ ਬੋਡੀ ਦੇ ਵਿੱਚ ਕਿਤੇ ਵੀ ਹੈ ਉਹਨੂੰ ਉਹ ਤੋਂ ਛੁਟਕਾਰਾ ਪਾਉਣਾ ਹੈ। ਫਿਰ ਸਾਡੇ ਜ਼ਿੰਦਗੀ ਦੇ ਵਿੱਚ ਜਿਹੜੇ ਬੈਡ ਪੀਪਲ ਹੈ ਬੈਡ ਪੀਪਲ ਨਹੀਂ ਮਤਲਬ ਜਿਨ੍ਹਾਂ ਨਾਲ ਸਾਡੀ ਨਹੀਂ ਬਣਦੀ ਜਿਨ੍ਹਾਂ ਕਰਕੇ ਸਾਨੂੰ ਸਟ੍ਰੈਸ ਹੁੰਦਾ ਜਿਨ੍ਹਾਂ ਲੋਕਾਂ ਕਰਕੇ ਜਾਂ ਰਿਲੇਸ਼ਨਸ਼ਿਪ ਕਰਕੇ ਸਾਨੂੰ ਉਹਨਾਂ ਤੋਂ ਵੀ ਛੁਟਕਾਰਾ ਪਾਉਣਾ ਆ ਜਾਂ ਉਹਨਾਂ ਨਾਲ ਸਾਨੂੰ ਸਹਾਨੁਭੂਤੀ ਰੱਖਣੀ ਹੈ ਜਾਂ ਉਹਨਾਂ ਦੇ ਨਾਲ ਪ੍ਰੇਮ ਕਰਨਾ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਇਹ ਜਿਹੜੀ ਬੈਡ ਚੀਜ਼ ਜਿਹੜਾ ਇਫੈਕਟ ਹੈ ਸਾਡੀ ਬੋਡੀ ਦੇ ਉੱਤੇ ਉਹਨੂੰ ਅਸੀਂ ਰਿਮੂਵ ਕਰਨਾ ਹੈ। ਦੂਜਾ ਹੈ ਰਿਪਲੇਸ ਐਂਡ ਰਿਪੇਅਰ ਜਿਹੜੀ ਚੀਜ਼ ਮਤਲਬ ਰਿਪਲੇਸ ਕਰਨ ਵਾਲੀ ਹੈ ਉਹਨੂੰ ਅਸੀਂ ਰਿਪਲੇਸ ਕਰ ਤੇ ਜਿਹੜੀ ਰਿਪੇਅਰ ਕਰਨ ਵਾਲੀ ਹੈ ਉਹਨੂੰ ਰਿਪੇਅਰ ਕਰਨਾ ਹੈ। ਉਹ ਕਿਸ ਤਰ੍ਹਾਂ ਹੈ ਗੁੱਡ ਬੈਕਟੀਰੀਆ ਜਿਹੜੇ ਸਾਡੇ ਬੋਡੀ ਦੇ ਵਿੱਚ ਗੁੱਡ ਬੈਕਟੀਰੀਆ ਦੀ ਕਮੀ ਆ ਜਾਂਦੀ ਹੈ ਤਾਂ ਉਹ ਅਸੀਂ ਪ੍ਰੋਬਾਇਓਟਿਕਸ ਲੈ ਕੇ ਉਹਦੇ ਨਾਲ ਅਸੀਂ ਉਹ ਕਾਪਾ ਪੂਰਾ ਕਰਨਾ ਹੈਗਾ। ਗੁੱਡ ਗਟ ਨਿਊਟ੍ਰੀਐਂਟਸ ਜਿਹੜੇ ਨਿਊਟ੍ਰੀਐਂਟਸ ਦੇ ਨਾਲ ਸਾਡੀ ਜਿਹੜੀ ਗਟ ਹੈਗੀ ਆ ਉਹ ਹੈਲਦੀ ਰਹਿ ਸਕੇ ਉਹਨੂੰ ਇਸਤੇਮਾਲ ਕਰਨਾ ਹੈ। ਫਿਰ ਫੂਡ ਨਿਊਟ੍ਰੀਐਂਟਸ ਜਿਹੜੇ ਸਾਡੇ ਫੂਡ ਦੇ ਵਿੱਚ ਨਿਊਟ੍ਰੀਐਂਟਸ ਦੀ ਕਮੀ ਹੈਗੀ ਆ ਉਹਨਾਂ ਨੂੰ ਅਸੀਂ ਸਪਲੀਮੈਂਟ ਕਰਨਾ ਹੈਗਾ ਆ। এনवायरमेंट ਨਿਊਟ੍ਰੀਐਂਟਸ ਜਿਹੜੇ ਹੈਗੇ ਆ ਉਹ ਵੀ ਅਸੀਂ ਲੈਣੇ ਆ ਜਿੱਦਾਂ ਵਿਟਾਮਿਨ ਡੀ ਹੈਗੇ ਆ ਵਾਟਰ ਹੈਗਾ ਆ ਇਹ ਸਾਫ ਸੁਥਰਾ ਪਾਣੀ ਔਰ ਵਿਟਾਮਿਨ ਡੀ ਧੁੱਪ ਔਰ ਇਹ ਸਾਰੇ ਜਿਹੜੇ এনवायरमेंट ਨਿਊਟ੍ਰੀਐਂਟਸ ਹੈ ਇਹਨਾਂ ਦਾ ਵੀ ਇਸਤੇਮਾਲ ਅਸੀਂ ਰਿਪਲੇਸ ਕਰਨਾ ਲੈਣਾ ਹੈਗਾ ਆ। ਸਲੀਪ ਤੇ ਸਨਸ਼ਾਈਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈਗੀ ਆ। ਬੈਟਰ ਰਿਲੇਸ਼ਨਸ਼ਿਪ ਹੈਗੇ ਆ ਜੇ ਕਿਸੇ ਦੇ ਨਾਲ ਤੁਹਾਡਾ ਮਨ ਮੁਟਾਵ ਹੈ ਉਹਨੂੰ ਵੀ ਦੂਰ ਕਰਨਾ ਹੈ ਤਾਂ ਕਿ ਕੋਈ ਵੀ ਸਟ੍ਰੈਸਫੁਲ ਚੀਜ਼ ਸਾਡੇ ਵਿੱਚ ਨਾ ਹੋਵੇ। ਇਹ ਸਾਰੀ ਰਿਪੇਅਰ ਦੇ ਵਿੱਚ ਸਾਨੂੰ ਭਾਗੀਦਾਰ ਹੋ ਜਾਂਦੀ ਹੈਗੀ ਆ। ਫਿਰ ਰਿਸਟੋਰ ਐਂਡ ਮੇਨਟੇਨ ਕਰਨਾ ਹੈ ਹੀਲਿੰਗ ਫੇਜ਼ ਦੇ ਵਿੱਚ ਜਿਹੜੀ ਕਿ ਸੋਲਿਡ ਫਾਊਂਡੇਸ਼ਨ ਹੈਗੀ ਹੈਲਥ ਦੀ ਐਕਸਰਸਾਈਜ਼ ਰੈਸਟ ਤੇ ਪਰਪਸ ਐਂਡ ਲਵ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਗਰ ਅਸੀਂ ਇਹਨਾਂ ਦਾ ਇਸਤੇਮਾਲ ਕਰਾਂਗੇ ਤਾਂ ਅਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੈਗੇ ਆ। ਹੁਣ ਮੈਂ ਤੁਹਾਨੂੰ ਇੱਕ ਸਪੈਸ਼ਲ ਟ੍ਰੀਟਮੈਂਟ ਪ੍ਰੋਟੋਕਾਲ ਦੱਸਦਾ ਹੈ ਜਿਹੜਾ ਕਿ ਡਾਕਟਰ ਜੈਫਰੀ ਬਲੈਂਡ ਦਾ ਦਿੱਤਾ ਹੋਇਆ ਹੈ। ਇਹਨੂੰ ਅਸੀਂ 5R ਪ੍ਰੋਗਰਾਮ ਕਹਿੰਦੇ ਹੈਗੇ ਆ। ਇਹ 5R ਪ੍ਰੋਗਰਾਮ ਜਿਹੜਾ ਮੈਂ ਪਹਿਲਾਂ ਹੀਲਿੰਗ ਦਾ ਦੱਸਿਆ ਹੈ ਉਹਦੀ ਐਲੈਬੋਰੇਸ਼ਨ ਹੈਗੀ ਆ। ਉਹਦੇ ਵਿੱਚ ਕੀ ਹੈ ਕਿ ਪਹਿਲਾਂ ਰਿਮੂਵ ਰਿਪਲੇਸ ਰੀਇਨੋਕੂਲੇਟ ਰਿਪੇਅਰ ਐਂਡ ਰੀਬੈਲੈਂਸ 5R's ਹੈਗੀਆਂ ਆ। ਇਹ ਰੈਕਗਨਾਈਜ਼ਸ ਹੈਗੀ ਹੈ ਮੋਸਟ ਇਨਫਲੇਮੇਟਰੀ ਕਮਸ ਫਰੋਮ ਦਾ ਗਟ ਕਿ ਜਿਹੜੀਆਂ ਵੀ ਬਿਮਾਰੀਆਂ ਸਾਡੀ ਗਟ ਜਿਹੜੀ ਸਾਡੀ ਐਲੀਮੈਂਟਰੀ ਕਨਾਲ ਦੇ ਵਿੱਚੋਂ ਆਉਂਦੀਆਂ ਹਨ ਉਹਨਾਂ ਨੂੰ ਰੀਬੈਲੈਂਸ ਕਰਨ ਦਾ ਉਹਨਾਂ ਨੂੰ ਠੀਕ ਕਰਨ ਦੇ ਲਈ ਇਹ 5 ਜਿਹੜੇ ਹੈਗੇ ਆ ਆਰਸ ਉਹ ਅਗਰ ਅਸੀਂ ਯੂਜ਼ ਕਰਦੇ ਹੈਗੇ ਆ ਤਾਂ ਉਹ ਅਸੀਂ ਆਪਣੀ ਇਸ ਬਿਮਾਰੀ ਤੋਂ ਛੁਟਕਾਰਾ ਨੈਚੁਰਲੀ ਪਾ ਸਕਦੇ ਹੈਗੇ ਆ। ਉਹ ਕਿਸ ਤਰ੍ਹਾਂ ਹੈ ਰਿਮੂਵ ਕੀ ਕਰਨਾ ਹੈ ਰਿਮੂਵਿੰਗ ਟੌਕਸਿਨਸ ਇਨ ਦਾ ਫੂਡ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਜਿੰਨੇ ਵੀ ਟੌਕਸਿਨਸ ਫੂਡ ਦੇ ਵਿੱਚ ਹੈ ਕੈਮੀਕਲਸ ਹੈਗੇ ਆ ਉਹ ਸਾਰੇ ਅਸੀਂ ਰਿਮੂਵ ਕਰਨੇ ਆ। ਇਰੀਟੈਂਟਸ ਟੂ ਦੀ ਗਟ ਲਾਈਨਿੰਗ ਹੈਗੇ ਆ ਜਿੰਨੇ ਵੀ ਇਰੀਟੈਂਟ ਹੈਗੇ ਆ ਉਹ ਸਾਰੇ ਗਟ ਲਾਈਨਿੰਗ ਦੇ ਅਸੀਂ ਰਿਮੂਵ ਕਰਨੇ ਆ। ਜਿਸ ਤਰ੍ਹਾਂ ਕਿ ਮੈਡੀਕੇਸ਼ਨਸ ਹੈਗੀਆਂ ਕੈਮੀਕਲਸ ਹੈਗੇ ਆ ਉਹ ਸਾਰੇ ਰਿਮੂਵ ਕਰਨੇ ਆ। ਫੂਡ ਸੈਂਸਿਟਿਵਿਟੀ ਜਿਹੜੇ ਫੂਡ ਨੂੰ ਅਸੀਂ ਸੈਂਸਿਟਿਵ ਹੈ ਖਾਸ ਕਰਕੇ ਕਣਕ ਔਰ ਗਲੂਟਨ ਨੂੰ
ਉਹ ਅਸੀਂ ਰਿਮੂਵ ਕਰਨੇ ਆ। ਯੀਸਟ ਤੇ ਬੈਕਟੀਰੀਆ ਤੇ ਪੈਰਾਸਾਈਟ ਜਿੰਨੇ ਵੀ ਹੈ ਇਹਨਾਂ ਸਾਰਿਆਂ ਨੂੰ ਰਿਮੂਵ ਕਰਨਾ ਹੈਗਾ ਆ। ਇਹ ਅਸੀਂ ਸਟੂਲ ਅਤੇ ਬਲੱਡ ਟੈਸਟ ਤੋਂ ਪਤਾ ਲਾ ਸਕਦੇ ਹਾਂ ਕਿ ਕਿਹੜੇ ਕਿਹੜੇ ਪੈਰਾਸਾਈਟ ਔਰ ਬੈਕਟੀਰੀਆ ਔਰ ਯੀਸਟ ਜਿਹੜੇ ਆ ਉਹ ਸਾਡੇ ਬਾਡੀ ਦੇ ਵਿੱਚ ਹੈਗੇ ਆ। ਨੰਬਰ 2 ਹੈ ਰਿਪਲੇਸ। ਸਭ ਤੋਂ ਪਹਿਲਾਂ ਸਟੋਮਿਕ ਐਸਿਡ, ਜਿਹੜਾ ਕਿ ਹਰ ਇੱਕ ਦੇ ਤਕਰੀਬਨ ਜਿੰਨੇ ਵੀ ਗੈਸਟ੍ਰਿਕ ਬਿਮਾਰੀਆਂ ਹੈਗੀਆਂ ਉਹਨਾਂ ਦੇ ਸਟੋਮਿਕ ਐਸਿਡ ਜਿਹੜਾ ਜ਼ਿਆਦਾ ਦੀ ਜਗ੍ਹਾ ਬਹੁਤ ਘਟ ਜਾਂਦਾ ਹੈਗਾ ਆ। ਜਿੱਦਾਂ ਕਿ ਮੈਂ ਇੱਕ ਵਾਰੀ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਸਟੋਮਿਕ ਐਸਿਡ ਜਿਹੜਾ ਹੈ ਉਹ ਵੱਧਦਾ ਨਹੀਂ ਕਦੀ ਵੀ, ਸਿਰਫ ਘਟਦਾ ਹੈਗਾ ਆ। ਔਰ ਘਟੇ ਹੋਏ ਸਟੋਮਿਕ ਐਸਿਡ ਦਾ ਹੀ ਅਸਰ ਸਾਨੂੰ ਖੱਟੇ ਡਕਾਰਾਂ ਦੇ ਨਾਲ ਤੇ ਮਤਲਬ ਜਿਹੜੀ ਸਾਡੇ ਗਰਡ ਹੋ ਜਾਂਦਾ ਆ ਉਹਦੇ ਨਾਲ ਸਾਨੂੰ ਇਫੈਕਟ ਕਰਦਾ ਹੈਗਾ ਆ। ਡਾਈਜੈਸਟਿਵ ਐਂਜ਼ਾਈਮਸ ਜਿਹੜੇ ਆ ਸਾਡੇ, ਜੇ ਜਿਸ ਤਰ੍ਹਾਂ ਸਾਡੀ ਏਜ ਵੱਧਦੀ ਆ ਸਾਡੇ ਐਂਜ਼ਾਈਮ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਉਹ ਘਟ ਜਾਂਦੇ ਆ ਔਰ ਉਹਨਾਂ ਦੀ ਰਿਪਲੇਸਮੈਂਟ ਜਿਹੜੀ ਹੈਗੀ ਆ ਉਹ ਵੀ ਸਾਨੂੰ ਹੈਲਪਫੁਲ ਹੋ ਸਕਦੀ ਆ। ACV ਹੈ ਐਪਲ ਸਾਈਡਰ ਵਿਨੇਗਰ ਹੈਗਾ ਆ। ਇਹ ਸਿਰਕਾ ਜਿਹੜਾ ਹੈਗਾ ਆ ਬਹੁਤ ਹੀ ਇੱਕ ਤਰ੍ਹਾਂ ਦਾ ਬੈਸਟ ਔਸ਼ਧੀ ਹੈ ਜਿਹੜੀ ਕਿ ਸਾਡੇ ਐਸਿਡ ਨੂੰ ਪੂਰਾ ਠੀਕ ਕਰਦੀ ਹੈਗੀ ਆ। ਕਈ ਬਿਟਰ ਗ੍ਰੀਨਸ ਹੈਗੇ, ਅਰੂਗੁਲਾ ਹੈ, ਐਂਡਾਈਵ ਹੈ, ਜਿਹੜੀਆਂ ਮਤਲਬ ਪਲਾਂਟਸ ਹੈਗੇ ਆ ਇਹ ਵੀ ਹੈਲਪ ਕਰਦੇ ਹੈਗੇ ਆ। ਤੇ ਕਈ HCl ਦੀਆਂ ਟੈਬਲੇਟਸ ਵੀ ਆਉਂਦੀਆਂ, ਹਾਈਡਰੋਕਲੋਰਿਕ ਐਸਿਡ ਦੀਆਂ ਟੈਬਲੇਟਸ ਆਉਂਦੀਆਂ ਆ, ਉਹ ਇਸਤੇਮਾਲ ਅਸੀਂ ਕਰ ਸਕਦੇ ਹਾਂ। ਤੇ ਡਾਈਜੈਸਟਿਵ ਐਂਜ਼ਾਈਮਸ ਜਿਹੜੇ ਹੈਗੇ ਆ ਉਹ ਸਪਲੀਮੈਂਟ ਅਸੀਂ ਲੈ ਸਕਦੇ ਹੈਗੇ ਆ। ਫਿਰ ਰੀਇਨਾਕੂਲੇਟ ਕਰ ਸਕਦੇ ਹਾਂ। ਰੀਇਨਾਕੂਲੇਟ ਕਿੱਦਾਂ ਕਿ ਜਿਹੜੇ ਸਾਡੇ ਬੈਨੀਫੀਸ਼ੀਅਲ ਗਟ ਬੈਕਟੀਰੀਆ ਹੈਗੇ ਆ ਪ੍ਰੋਬਾਇਓਟਿਕ ਦੀ ਸ਼ਕਲ ਦੇ ਵਿੱਚ ਬੈਨੀਫੀਸ਼ੀਅਲ ਪ੍ਰੋਬਾਇਓਟਿਕਸ ਜਿਹੜੇ ਹੈਗੇ ਆ ਉਹ ਅਸੀਂ ਲੈ ਸਕਦੇ ਹੈਗੇ ਆ। ਫਰਮੈਂਟਡ ਫੂਡ ਹੈਗੇ ਆ ਜਿਹੜੇ ਕਿ ਫਰਮੈਂਟਡ ਵੈਜੀਟੇਬਲਸ ਹੈਗੀਆਂ ਆ, ਫਰਮੈਂਟਡ ਜਿਸ ਤਰ੍ਹਾਂ ਪਿਕਲਸ ਵਗੈਰਾ ਪਿਕਲਸ ਹੈਗੇ ਆ ਜਾਂ ਕੈਫਿਰ ਵਗੈਰਾ ਹੈਗੇ ਆ ਜਾਂ ਸੋਇਆਬੀਨ ਦੀ ਜਿਹੜੀ ਫਰਮੈਂਟੇਸ਼ਨ ਹੈਗੀ ਆ ਉਹ ਅਸੀਂ ਸਾਰੇ ਇਸਤੇਮਾਲ ਕਰਕੇ ਇਹ ਜਿਹੜੇ ਬੈਕਟੀਰੀਆ ਹੈਗੇ ਆ ਉਹਨਾਂ ਨੂੰ ਅਸੀਂ ਰਿਸਟੋਰ ਕਰ ਸਕਦੇ ਬਾਡੀ ਦੇ ਵਿੱਚ। ਫਿਰ ਰਿਪੇਅਰ ਕਿਸ ਤਰ੍ਹਾਂ ਕਰ ਸਕਦੇ ਆ? ਜੇ ਅਗਰ ਅਸੀਂ ਜਿਹੜੇ ਸਾਡੇ ਡੈਫੀਸ਼ੀਐਂਟ ਨਿਊਟ੍ਰੀਐਂਟਸ ਹੈਗੇ ਆ ਉਹ ਅਸੀਂ ਸਪਲਾਈ ਕਰ ਦਿੰਦੇ ਆ ਆਪਣੀ ਬਾਡੀ ਨੂੰ ਹੈਲਦੀ ਮਿਕੋਜ਼ਲ ਲਾਈਨਿੰਗ ਲਈ। ਗਲੂਟਾਮੀਨ ਬਹੁਤ ਇੰਪੋਰਟੈਂਟ ਹੈਗੀ ਆ। ਬੋਨ ਬਰੋਥ ਜਿਹੜੀ ਹੈਗੀ ਆ, ਆਰਗਨ ਮੀਟ ਹੈਗੇ ਆ, ਇਹ ਇੰਪੋਰਟੈਂਟ ਹੈਗੇ ਆ ਜਿਹੜੇ ਕਿ ਸਾਡੀ ਗੱਟ ਲਾਈਨਿੰਗ ਹੈਗੀ ਆ ਉਹਨੂੰ ਬਹੁਤ ਹੈਲਪ ਕਰਦੇ ਹੈਗੇ ਆ। ਤੇ ਫਿਰ ਜ਼ਿੰਕ ਹੈਗਾ ਆ, ਐਲ ਕਾਰਨੋਸਿਨ ਹੈਗੀ, ਗਲਾਈਸਿਨ ਅਮਾਈਨੋ ਐਸਿਡ ਹੈ ਤੇ ਡੀਗਲਿਸਰੇਟਡ ਲਿਕੋਰਿਸ ਹੈਗੀ ਆ, ਮਲੱਠੀ ਜਿਹਨੂੰ ਕਹਿੰਦੇ ਨਹੀਂ ਹੈਗੇ ਆ। ਇਹਦੇ ਨਾਲ ਸਾਡੇ ਜਿਹੜੀ ਬਾਡੀ ਦੀ ਗੱਟ ਹੈਗੀ ਆ ਉਹਦੀ ਰਿਪੇਅਰ ਹੋ ਜਾਂਦੀ ਆ ਔਰ ਜਿੰਨੇ ਵੀ ਸਾਡੇ ਟਾਈਟ ਜੰਕਸ਼ਨਸ ਦੇ ਵਿੱਚ ਸੁਰਾਖ ਹੋਏ ਹੁੰਦੇ ਆ ਉਹ ਸਾਰੇ ਰਿਪੇਅਰ ਹੋ ਜਾਂਦੇ ਹੈਗੇ ਆ। ਔਰ ਰੀਬੈਲੈਂਸ ਹੈ ਪੇਇੰਗ ਅਟੈਂਸ਼ਨ ਟੂ ਲਾਈਫਸਟਾਈਲ ਚੋਇਸਸ, ਸਲੀਪ, ਐਕਸਰਸਾਈਜ਼ ਤੇ ਸਟ੍ਰੈਸ। ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਆਪਣੇ ਧਿਆਨ ਦਿੰਨੇ ਹੈਗੇ ਆ ਕਿ ਪੂਰੀ ਸਲੀਪ ਲੈਂਦੇ ਹੈਗੇ ਆ, 7 ਤੋਂ 8 ਘੰਟੇ ਸਲੀਪ ਆਉਂਦੀ ਹੈਗੀ ਆ। ਐਕਸਰਸਾਈਜ਼ ਮੋਡਰੇਟ ਜਿਹੜੀ ਐਕਸਰਸਾਈਜ਼ ਪੌਣਾ ਘੰਟਾ ਹੈਗੀ ਆ, ਵਾਕਿੰਗ ਜਿਹੜੀ ਹੈ ਉਹ ਕਰਦੇ ਹੈਗੇ ਆ। ਸਟ੍ਰੈਸ ਫ੍ਰੀ ਰਹਿੰਦੇ ਆ, ਮੈਡੀਟੇਸ਼ਨ ਕਰ ਲੈਂਦੇ ਹੈਗੇ ਜਾਂ ਡੀਪ ਬਰੀਥਿੰਗ ਕਰ ਲੈਂਦੇ ਹੈਗੇ ਆ। ਉਹਦੇ ਨਾਲ ਇਹ ਸਾਡੀ ਬਾਡੀ ਦਾ ਜਿਹੜਾ ਸਿਸਟਮ ਹੈਗਾ ਆ ਉਹ ਸਾਰਾ ਰੀਬੈਲੈਂਸ ਹੋ ਜਾਂਦਾ ਆ ਤੇ ਉਸ ਦੇ ਨਾਲ ਅਸੀਂ ਆਪਣੇ ਬਾਡੀ ਨੂੰ ਫਿਟ ਐਂਡ ਫਾਈਨ ਰੱਖ ਸਕਦੇ ਹੈਗੇ ਆ। ਜਿਹੜੇ ਫੂਡਸ ਹੈਗੇ ਆ ਜਿਹੜੇ ਬੂਸਟ ਇਮਿਊਨਿਟੀ ਨੂੰ ਬੂਸਟ ਕਰਦੇ ਹੈਗੇ ਆ ਉਹਦੇ ਬਾਰੇ ਥੋੜਾ ਮੈਂ ਦੱਸਣਾ ਚਾਹਨਾ ਹੈਗਾ ਆ ਕਿ ਵੈਜੀਟੇਰੀਅਨ ਡਾਈਟ ਜਿਹੜਾ ਹੈਗਾ ਆ ਉਹ ਬਹੁਤ ਇੰਪੋਰਟੈਂਟ ਹੈਗਾ ਆ। ਤੇ ਜੇ ਅਗਰ ਅਸੀਂ ਵੈਜੀਟੇਰੀਅਨ ਡਾਈਟ ਲੈਂਦੇ ਆ ਉਹ ਸਾਡੇ ਵਾਈਟ ਬਲੱਡ ਸੈਲਸ ਜਿਹੜੇ ਹੈਗੇ ਆ 2 ਟਾਈਮਸ ਵਧਾ ਦਿੰਦਾ ਆ। ਮੀਟ ਵਾਲੇ ਖਾਣੇ ਨਾਲੋਂ ਵੈਜੀਟੇਰੀਅਨ ਡਾਈਟ ਜਿਹੜਾ ਆ WBC ਨੂੰ 2 ਟਾਈਮਸ ਜ਼ਿਆਦਾ ਕਰ ਦਿੰਦਾ ਹੈਗਾ। ਵਿਟਾਮਿਨ C ਜਿਹੜਾ ਹੈ ਰਿਚ ਫੂਡਸ ਹੈਗੇ ਆ ਉਹ ਬਹੁਤ ਇੰਪੋਰਟੈਂਟ ਹੈਗੇ ਇਮਿਊਨਿਟੀ ਦੇ ਲਈ। ਚਾਈਨੀਜ਼ ਮਸ਼ਰੂਮ ਹੈ, ਸ਼ਟੈਕੇ, ਉਹ ਬੜੀ ਇੰਪੋਰਟੈਂਟ ਹੈ ਇਮਿਊਨਿਟੀ ਦੇ ਲਈ। ਤੇ ਗਾਰਲਿਕ ਜਿਹੜਾ ਕਿ ਲਸਣ ਹੈ ਉਹਦੀਆਂ 2-3 ਤੋਰੀਆਂ ਜਿਹੜੀਆਂ ਹੈਗੀਆਂ ਆ ਉਹ ਬਹੁਤ ਇੰਪੋਰਟੈਂਟ ਹੈ। ਕੱਚੀਆਂ ਤੁਸੀਂ ਸਵੇਰ ਨੂੰ ਚਿੱਥ ਕੇ ਖਾ ਸਕਦੇ ਹੋ ਜਦ ਤੱਕ ਉਹ ਚਿੱਥਣ ਤੋਂ ਬਾਅਦ ਉਹ ਤੁਹਾਡੀ ਜ਼ੁਬਾਨ ਦੇ ਉੱਤੇ ਬਿਟਰ
ਚੁੱਭਦੀ ਨਹੀਂ ਹੈ ਉਹਨਾਂ ਚਿਰ ਤੁਸੀਂ ਉਹਨੂੰ ਆਪਣੇ ਮੂੰਹ ਦੇ ਵਿੱਚ ਚਿੱਥ ਸਕਦੇ ਹੋ ਤੇ ਬਾਅਦ ਦੇ ਵਿੱਚ ਪਾਣੀ ਦੇ ਨਾਲ ਜ਼ਿਆਦਾ ਸਾਰਾ ਪਾਣੀ ਦੇ ਨਾਲ ਤੁਸੀਂ ਅੰਦਰ ਨਿਗਾਹ ਸਕਦੇ ਹੋਗੇ। ਉਹਦੇ ਨਾਲ ਇੱਕ ਐਲੀਨ ਜਿਹੜੀ ਅਮਾਈਨੋ ਐਸਿਡ ਹੈ ਉਹ ਐਲੀਸੀਨ ਬਣ ਜਾਂਦਾ ਹੈ ਜਿਹੜਾ ਕਿ ਤੁਹਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੈਰੋਟੀਨੋਇਡਸ ਹੈਗੇ ਆ, ਬੀਟਾ ਕੈਰੋਟੀਨ ਹੈ, ਪੰਪਕਿਨ ਸੀਡਸ ਜਿਹੜੇ ਹੈਗੇ ਆ ਉਹ ਹੈ, ਵਿੰਟਰ ਸਕੁਐਸ਼ ਹੈ, ਕੈਰਟਸ ਹੈਗੀਆਂ ਜਿਹੜੀਆਂ ਗਾਜਰਾਂ ਹੈਗੀਆਂ, ਪੀਚਿਸ ਹੈਗੀਆਂ, ਆੜੂ ਹੈ, ਸੈਂਟਰਲੋਪ ਹੈ ਤੇ ਗ੍ਰੀਨ ਵੈਜੀਟੇਬਲਸ ਹੈ। ਇਹ ਸਾਰੀਆਂ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੀਆਂ ਹੈ। ਤੇ ਕਈ ਹਰਬਸ ਹੈਗੇ ਆ, ਕੁਰਕੂਮਿਨ ਹੈ ਜਿਹੜੀ ਕਿ ਹਲਦੀ ਦੇ ਵਿੱਚੋਂ ਮਿਲਦੀ ਹੈ, ਓਨੀਅਨਸ ਹੈ, ਪਿਆਜ਼ ਹੈ, ਗਾਰਲਿਕ ਤੇ ਮੈਂ ਤੁਹਾਨੂੰ ਦੱਸਿਆ ਹੈ, ਬਲੈਕ ਕਿਊਮਨ ਸੀਡਸ ਹੈਗੇ ਆ ਜਿਹੜੀ ਕਿ ਕਲੌਂਜੀ ਜਿਹਨੂੰ ਕਹਿ ਦਿੰਦੇ ਹੈ, ਸਿਨਾਮਨ ਹੈ ਜਿਹੜੀ, ਨੀਮ ਹੈ। ਇਹ ਸਾਰੇ ਹਰਬਸ ਜਿਹੜੇ ਹੈਗੇ ਆ ਸਾਡੀ ਇਮਿਊਨਿਟੀ ਨੂੰ ਬਹੁਤ ਪ੍ਰਭਾਵਿਤ ਕਰਦੇ ਹੈਗੇ ਆ, ਵਧਾਉਂਦੇ ਹਨ। ਤੇ ਇਕਨੇਸ਼ੀਆ ਹੈਗਾ, ਪਰਪਲ ਕੋਨ ਫਲਾਵਰ ਹੈ, ਇਹ ਸਾਡੀ ਇਮਿਊਨਿਟੀ ਨੂੰ ਬਹੁਤ ਬੂਸਟ ਕਰਦਾ ਹੈ। ਗਿੰਗਰ ਅਦਰਕ ਜਿਹੜਾ ਹੈ ਇਹ ਵੀ ਇੰਪੋਰਟੈਂਟ, ਇਹਦੀ ਚਾਹ ਜਿਹੜੀ ਗਿੰਗਰ ਚਾਹ ਹੈਗੀ ਆ ਉਹ ਇੰਪੋਰਟੈਂਟ ਹੈਗੀ ਆ। ਫਿਰ ਲਿਕੋਰਿਸ ਹੈਗੀ ਆ, ਮਲੱਠੀ ਹੈਗੀ, ਇਹਦੀ ਰੂਟ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈਗੀ ਆ ਔਰ ਇਹ ਸਾਡੀ ਇਮਿਊਨਿਟੀ ਨੂੰ, ਜਿਸ ਤਰ੍ਹਾਂ ਮੈਂ DGL ਦੱਸਿਆ ਹੈ, ਡੀਗਲਿਸਰੇਟਡ ਲਿਕੋਰਿਸ ਹੈ, ਉਹ ਇਮਿਊਨਿਟੀ ਨੂੰ ਬੂਸਟ ਕਰਦੀ ਹੈ। ਇਹ ਕੁਛ ਇੱਕ ਚੀਜ਼ਾਂ ਸੀ ਜਿਹੜੀਆਂ ਕਿ ਆਟੋ ਇਮਿਊਨ ਡਿਜ਼ੀਜ਼ ਦੇ ਵਿੱਚ ਤੁਹਾਨੂੰ ਕਾਫੀ ਫਾਇਦੇ ਦੇ ਸਕਦੀਆਂ ਆ ਔਰ ਜਿਨ੍ਹਾਂ ਲੋਕਾਂ ਨੂੰ ਇਹ ਆਟੋ ਇਮਿਊਨ ਡਿਜ਼ੀਜ਼ ਹੈ, ਜਿਹੜੀਆਂ ਡਿਜ਼ੀਜ਼ਸ ਦੇ ਮੈਂ ਨਾਂ ਲਏ ਹੈ, ਉਹਨਾਂ ਨੂੰ ਇਹ ਬਹੁਤ ਫਾਇਦਾ ਦੇ ਸਕਦੀਆਂ ਕਿਉਂਕਿ ਜਿਹੜੀ ਸਾਡੀ ਐਲੋਪੈਥੀ ਹੈ ਉਹਦੇ ਵਿੱਚ ਇਹਦੇ ਲਈ ਕੋਈ ਥਾਂ ਨਹੀਂ ਹੈ। ਤੇ ਅਗਰ ਥਾਂ ਹੈ ਵੀ ਤੇ ਬਹੁਤ ਕੋਸਟਲੀ ਮੈਡੀਸਨਸ ਔਰ ਬੜੀਆਂ ਟੌਕਸਿਕ ਜਿਹੜੀਆਂ ਮੈਡੀਸਨਸ ਹੈਗੀਆਂ ਆ ਉਹ ਇਹਦੇ ਵਿੱਚ ਇਸਤੇਮਾਲ ਹੁੰਦੀਆਂ ਆ ਔਰ ਉਹ ਇਹਦਾ ਹੱਲ ਨਹੀਂ ਹੈ। ਜਿਹੜੀ ਆਹ ਚੀਜ਼ ਮੈਂ ਤੁਹਾਨੂੰ ਦੱਸੀ ਹੈਗੀ ਆ, ਇਹਦੇ ਨਾਲ ਤੁਸੀਂ ਆਪਣੇ ਘਰ ਬੈਠੇ ਹੀ ਆਪਣੇ ਆਪ ਡਾਕਟਰ ਬਣ ਕੇ ਇਸ ਤੋਂ ਫਾਇਦਾ ਲੈ ਸਕਦੇ ਹੋ। ਇਹਦੇ ਨਾਲ ਤੁਹਾਨੂੰ ਕਿਸੇ ਵੀ ਮੈਡੀਸਨ ਦੀ ਹੋਰ ਦੀ ਜ਼ਰੂਰਤ ਸ਼ਾਇਦ ਨਾ ਪਏ। ਤੇ ਇਹਦੇ ਨਾਲ ਹੀ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਇੰਨਾ ਟਾਈਮ ਇਸ ਲਈ ਦਿੱਤਾ ਹੈ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਡਾਕਟਰ ਸਾਹਿਬ। ਅਗਰ ਕਿਸੇ ਦਾ ਕੁਐਸਚਨ ਹੈਗਾ ਤਾਂ ਪਲੀਜ਼ ਤੁਸੀਂ ਕੁਐਸਚਨ ਪੁੱਟ ਕਰ ਸਕਦੇ ਆ ਆਪਣਾ। ਡਾਕਟਰ ਸਾਹਿਬ ਜਦ ਤੱਕ ਤੁਸੀਂ ਮੈਂ ਚਾਹੁੰਦੀ ਕਿ ਜਿਵੇਂ ਆਟੋ ਇਮਿਊਨ ਡਿਸੀਜ਼ ਤੁਸੀਂ ਦੱਸਿਆ ਕਿ ਕਿਹੜੀ ਡੈਫੀਸ਼ੀਐਂਸੀਜ਼ ਦੇ ਨਾਲ ਹੁੰਦੇ ਆ, ਜਿਵੇਂ ਕਿ ਤੁਸੀਂ ਦੱਸਿਆ ਜ਼ਿੰਕ ਦੇ ਨਾਲ ਜਾਂ ਵਿਟਾਮਿਨਸ ਦੀ ਕਮੀ ਦੇ ਨਾਲ, ਤੇ ਇਹਨੂੰ ਆਪਾਂ ਇੱਕ ਬਹੁਤ ਹੀ ਸਿੰਪਲ ਵੇ ਨਾਲ ਕਿੱਦਾਂ ਦੱਸ ਸਕਦੇ ਆ ਕਿ ਆਟੋ ਇਮਿਊਨਿਟੀ ਹੈ ਕੀ, ਜਿੱਦਾਂ ਕਿ ਆਟੋ ਇਮਿਊਨ ਸਿਸਟਮ ਕੀ ਹੈਗਾ ਇਹ? ਆਟੋ ਇਮਿਊਨਿਟੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਾਰਮਲੀ ਹੁੰਦਾ ਕਿ ਨਾਰਮਲੀ ਅਸੀਂ ਸਾਡੀ ਜਿਹੜੀ ਇਮਿਊਨ ਸਿਸਟਮ ਹੈਗਾ, ਜਦੋਂ ਕੋਈ ਕਿਸੇ ਵੀ ਵਾਇਰਸ ਦਾ ਜਾਂ ਬੈਕਟੀਰੀਆ ਦਾ ਸਾਡੇ ਬੋਡੀ ਦੇ ਉੱਤੇ ਹਮਲਾ ਹੁੰਦਾ ਤੇ ਸਾਡੇ ਬੋਡੀ ਦੇ ਵਿੱਚ ਉਹਨੂੰ ਡਿਫੈਂਸ ਕਰਨ ਦੇ ਲਈ ਸਾਡੇ ਬੋਡੀ ਕੋਲ ਡਿਫਰੈਂਟ ਟਾਈਪ ਦੇ, ਜਿਸ ਤਰ੍ਹਾਂ ਆਰਮੀ ਦੇ ਕੋਲ ਆਰਮੀ ਹੁੰਦੀ ਆ, 에ਅਰ ਫੋਰਸ ਹੁੰਦੀ ਆ, BSF ਹੁੰਦੀ ਹੈ, ਨੇਵੀ ਹੁੰਦੀ ਹੈ, ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਸਿਸਟਮਸ ਹੈਗੇ ਆ। ਇਸੇ ਤਰ੍ਹਾਂ ਸਾਡੇ ਬੋਡੀ ਕੋਲ ਵੀ ਕਈ ਤਰ੍ਹਾਂ ਦੇ ਸਿਸਟਮ ਹੈਗੇ ਆ ਕਿ ਐਂਟੀਬਾਡੀਜ਼ ਹੁੰਦੀਆਂ ਆ, ਕੰਪਲੀਮੈਂਟ ਹੁੰਦੇ ਹੈਗੇ ਆ, ਆਪਣੇ ਇੰਟਰਫੇਰੋਨ ਹੁੰਦੇ ਹੈਗੇ ਆ ਔਰ ਕਈ ਤਰ੍ਹਾਂ ਦੇ ਅਡੈਪਟਿਵ ਤੇ ਦੂਸਰੇ ਇਨੇਟ ਇਮਿਊਨਿਟੀ ਸਾਡੇ ਕੋਲ ਹੁੰਦੀ ਹੈਗੀ ਆ। ਉਹ ਸਾਰੇ ਹੀ ਡਿਫਰੈਂਟ ਜਿਹੜੇ ਐਂਟੀਜਨਸ ਹੈਗੇ ਆ, ਡਿਫਰੈਂਟ ਟਾਈਪ ਦੇ ਹਮਲਾਵਰ ਹੈਗੇ ਆ, ਉਹਨਾਂ ਨੂੰ ਟੈਕਲ ਕਰਦੇ ਹੈਗੇ ਆ। ਕਈ ਵਾਰੀ ਇਸ ਤਰ੍ਹਾਂ ਹੁੰਦਾ ਔਰ ਇਹ ਜਿਹੜੇ ਜਿੰਨੇ ਵੀ ਇਹ ਹਮਲਾ ਕਰਦੇ ਹੈਗੇ ਆ ਔਰ ਉਹਨਾਂ ਤੇ ਕਾਬੂ ਕਰਦੇ ਹੈਗੇ ਆ, ਇਹ ਇੱਕ ਇਹਨਾਂ ਕੋਲ ਸਿਸਟਮ ਹੁੰਦਾ ਆ ਜਿਹੜਾ ਕਿ ਪਹਿਚਾਣ ਕਰਦਾ ਆ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਚੀਜ਼ ਜਿਹੜੀ ਹੈ ਉਹ ਬਾਹਰੋਂ ਆਈ ਹੈ ਤੇ ਕਿਹੜੀ ਚੀਜ਼ ਜਿਹੜੀ ਸਾਡੇ ਬੋਡੀ ਦੇ ਅੰਦਰ ਹੀ ਹੈਗੀ ਆ। ਉਹ ਜਿਹੜੀ ਪਹਿਚਾਣ ਹੈਗੀ ਆ, ਉਹ ਪਹਿਚਾਣ ਇਹਨਾਂ ਨੂੰ ਨਹੀਂ ਰਹਿੰਦੀ। ਆਟੋ ਇਮਿਊਨ ਦਾ ਮਤਲਬ ਇਹ ਆ ਕਿ ਉਹ ਡਿਫੈਕਟ ਆ ਜਾਂਦਾ ਆ। ਨਾਰਮਲੀ ਜੇ ਬਾਹਰੋਂ ਬੈਕਟੀਰੀਆ ਆਇਆ ਹੈ ਤੇ ਉਹਨੂੰ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਡੀ ਬੋਡੀ ਦੇ ਡਿਫੈਂਸ ਸਿਸਟਮ ਨੂੰ ਕਿ ਇਹ ਚੀਜ਼ ਬਾਹਰੋਂ ਆਈ ਹੈ ਔਰ ਇਹ ਸਾਡੀ ਫੋਰਨ ਹੈਗੀ ਆ ਔਰ ਇਹਨੂੰ ਅਸੀਂ ਅਟੈਕ ਕਰਨਾ ਆ ਔਰ ਇਹਨੂੰ ਅਸੀਂ ਖਤਮ ਕਰਨਾ ਹੈਗਾ ਆ। ਕਈ ਹੁਣ ਸਾਡੇ ਬੋਡੀ ਦੇ ਵਿੱਚ ਤਾਂ ਬਹੁਤ ਚੀਜ਼ਾਂ ਬਲੱਡ ਦੇ ਵਿੱਚ ਤੈਰਦੀਆਂ ਹੈਗੀਆਂ ਆ, ਬਹੁਤੀਆਂ ਸਾਡੇ ਸਿਸਟਮ ਦੀਆਂ ਚੀਜ਼ਾਂ ਹੈਗੀਆਂ ਬਹੁਤੇ ਸੈੱਲ ਜਿਹੜੇ ਆ ਉਹ ਸਾਡੇ ਸਿਸਟਮ ਦੇ ਹੀ ਹੈ, ਪਰ ਸਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹਨੂੰ ਇਹ ਪਤਾ ਆ
ਕਿ ਇਹ ਚੀਜ਼ ਸਾਡੀ ਬਾਡੀ ਦੀ ਹੈਗੀ ਆ ਔਰ ਇਹ ਬਾਹਰਲੀ ਹੈਗੀ ਆ। ਜਿਹੜੀ ਬਾਹਰਲੀ ਚੀਜ਼ ਹੈਗੀ ਆ ਉਹਨੂੰ ਹੀ ਇਹਨ ਅਫੈਕਟ ਕਰਨਾ ਹੈ, ਆਪਣੀ ਜਿਹੜੀ ਬਾਡੀ ਦੀ ਅੰਦਰਲੀ ਚੀਜ਼ ਹੈਗੀ ਆ ਉਹਨੂੰ ਅਫੈਕਟ ਨਹੀਂ ਕਰਨਾ। ਇਸ ਬਿਮਾਰੀ ਦੇ ਵਿੱਚ ਕੀ ਹੁੰਦਾ ਆ ਕਿ ਇਹ ਸਾਡੀ ਬਾਡੀ ਦੇ ਹੀ ਅਗੇਂਸਟ ਅਫੈਕਟ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਉਹਨੂੰ ਇਹ ਨੁਕਸਾਨ ਪਹੁੰਚਾਉਂਦੇ ਆ, ਉਹ ਤੇ ਹਮਲਾ ਕਰ ਦਿੰਦੇ ਆ। ਇਹਨੂੰ ਅਸੀਂ ਆਟੋਇਮਿਊਨ ਡਿਜ਼ੀਜ਼ ਕਹਿੰਦੇ ਆ। ਜੀ ਡਾਕਟਰ ਸਾਹਿਬ, ਥੈਂਕ ਯੂ। ਤੇ ਡਾਕਟਰ ਸਾਹਿਬ, ਇਮਿਊਨਿਟੀ ਨੂੰ ਵਧਾਉਣ ਵਾਸਤੇ ਕਿਹੜੇ ਸਾਨੂੰ ਇਦਾਂ ਦੀ ਜਿਹੜੀ ਡਾਈਟ ਆ ਲੈਣੀ ਚਾਹੀਦੀ, ਜਾਂ ਰੈਗੂਲਰ ਆਪਾਂ ਕਿਹੜੀਆਂ ਚੀਜ਼ਾਂ ਲਈਏ ਕਿ ਜਿਹੜੀ ਸਾਡੀ ਇਮਿਊਨਿਟੀ ਆ ਉਹ ਜਿਹੜੀ ਆ ਵੱਧ ਸਕੇ? ਸਭ ਤੋਂ ਪਹਿਲਾਂ ਤਾਂ ਇਹ ਆ ਕਿ ਸਾਡੀ ਜਿਹੜੀ ਖੁਰਾਕ ਹੈਗੀ ਆ ਉਹ ਬੈਲੈਂਸ ਹੋਣੀ ਚਾਹੀਦੀ ਹੈ। ਬੈਲੈਂਸਡ ਖੁਰਾਕ ਦਾ ਮਤਲਬ ਕੀ ਹੈ ਕਿ ਬੈਲੈਂਸ ਖੁਰਾਕ ਦੇ ਵਿੱਚ ਤਕਰੀਬਨ ਸਾਰੇ ਜਿਹੜੇ ਕੰਪੋਨੈਂਟ ਹੈਗੇ ਆ ਸਾਡੀ ਖੁਰਾਕ ਦੇ ਉਹ ਪੂਰੇ ਹੋਣੇ ਚਾਹੀਦੇ ਆ। ਉਹਦੇ ਵਿੱਚ ਕੋਈ ਵੀ ਡੈਫੀਸ਼ੀਐਂਸੀ ਨਹੀਂ ਹੋਣੀ ਚਾਹੀਦੀ। ਉਹ ਕੰਪੋਨੈਂਟ ਕਿਹੜੇ ਹੈਗੇ ਆ? ਉਹ ਕੰਪੋਨੈਂਟ ਹੈਗੇ ਆ ਕਾਰਬੋਹਾਈਡਰੇਟ ਹੈ, ਫੈਟਸ ਹੈ, ਪ੍ਰੋਟੀਨਸ ਹੈਗੀਆਂ ਆ, ਤੇ ਮਿਨਰਲਸ ਹੈਗੇ ਆ, ਵਿਟਾਮਿਨਸ ਹੈਗੇ ਆ, ਵਾਟਰ ਹੈਗਾ ਆ, ਤੇ ਮਤਲਬ ਜਿਹੜੀ ਫਾਈਬਰ ਹੈਗੀ ਆ ਇਹ ਹੈ। ਇਹ ਸਾਰੇ ਕੰਪੋਨੈਂਟ ਅਗਰ ਪੂਰੀ ਮਿਕਦਾਰ ਦੇ ਵਿੱਚ ਅਸੀਂ ਲੈਣੇ ਹੈਗੇ ਆ, ਇੱਕ ਤਾਂ ਇਹ ਚੀਜ਼ ਹੈ ਕਿ ਉਹ ਮਿਕਦਾਰ ਪੂਰੀ ਹੈਗੀ ਆ। ਦੂਜਾ, ਅਸੀਂ ਇਹ ਜਿੰਨੇ ਵੀ ਹੈ ਇਹਨਾਂ ਨੂੰ ਪਿਓਰਟੀ ਦੇ ਹਿਸਾਬ ਨਾਲ ਲੈਣਾ ਹੈ, ਸਾਫ ਸੁਥਰਾ ਲੈਣਾ ਹੈਗਾ ਆ। ਪੂਰਾ ਪੱਕਾ ਹੋਇਆ ਜਾਂ ਜਿਹੜਾ ਕੱਚਾ ਹੈਗਾ ਆ ਉਹ ਉਸ ਤਰੀਕੇ ਦੇ ਨਾਲ ਲੈਣਾ ਹੈਗਾ ਆ। ਫਿਰ ਇਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ। ਮਿਲਾਵਟ ਕਿਹਦੀ ਹੋ ਸਕਦੀ ਆ? ਟੌਕਸਿਨਸ ਦੀ। ਮਿਲਾਵਟ ਕਾਹਦੀ ਹੋ ਸਕਦੀ ਆ? ਐਡੀਟਿਵਸ ਦੀ, ਕੈਮੀਕਲਸ ਦੀ, ਪੈਸਟੀਸਾਈਡਸ ਦੀ, ਹਰਬੀਸਾਈਡਸ ਦੀ। ਇਹ ਜਿਹੜੀ ਜਾਂ GMO ਫੂਡ ਹੈਗੇ ਆ, ਇਹ ਜਿੰਨੇ ਵੀ ਚੀਜ਼ਾਂ ਹੈਗੀਆਂ ਆ, ਜਾਂ ਗਲੂਟਨ ਹੈਗੀ ਆ, ਜਿਹੜੀ ਸੈਂਸਿਟਿਵਿਟੀਜ਼ ਹੈਗੀਆਂ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਅਫੈਕਟ ਕਰਦੀਆਂ ਹੈਗੀਆਂ। ਫਿਰ ਸਾਡੀਆਂ ਮੈਡੀਕੇਸ਼ਨਸ ਹੈਗੀਆਂ ਆ, ਮੈਡੀਕੇਸ਼ਨ ਜਿੰਨੀਆਂ ਵੀ ਸਾਡੀਆਂ ਜੋ ਵੀ ਅਸੀਂ ਮੈਡੀਕੇਸ਼ਨਸ ਲੈਂਦੇ ਆ ਉਹ ਕੈਮੀਕਲਸ ਹੈਗੀਆਂ ਆ, ਉਹ ਸਾਡੀ ਗੱਟ ਨੂੰ, ਜਿਹੜੀ ਸਾਡੀ ਐਲੀਮੈਂਟਰੀ ਕਨਾਲ ਹੈ ਉਹਨੂੰ ਅਫੈਕਟ ਕਰਦੀਆਂ ਹੈਗੀਆਂ ਆ। ਇਹਨਾਂ ਦਾ ਪਰਹੇਜ਼ ਕਰਨਾ ਹੈਗਾ ਆ। ਫਿਰ ਸਾਡਾ ਜਿਹੜਾ ਹਾਈਡਰੋਕਲੋਰਿਕ ਐਸਿਡ ਹੈਗਾ ਆ ਉਹ ਸਾਨੂੰ ਪੂਰਾ ਹੋਣਾ ਚਾਹੀਦਾ ਹੈਗਾ, ਉਹ ਘੱਟ ਨਹੀਂ ਹੋਣਾ ਚਾਹੀਦਾ, ਉਹਦੇ ਲਈ ਸਾਨੂੰ ਪੂਰਾ ਕਰਨਾ ਹੈ। ਸੋ ਜੋ ਵੀ ਚੀਜ਼ਾਂ ਅਸੀਂ ਖਾਣੀਆਂ ਹੈਗੀਆਂ, ਜੋ ਵੀ ਅਸੀਂ ਚੀਜ਼ ਮੂੰਹ ਦੇ ਵਿੱਚ ਪਾਉਣੀ ਹੈਗੀ ਆ, ਉਹ ਇਸ ਤਰੀਕੇ ਦੇ ਨਾਲ ਪਾਉਣੀ ਆ ਕਿ ਇਹ ਸਾਡੇ ਸਿਸਟਮ ਨੂੰ ਨੁਕਸਾਨ ਨਾ ਕੋਈ ਵੀ ਕਰੇ। ਜਾਂ ਕਿਉਂਕਿ ਕੋਈ ਵੀ ਚੀਜ਼ ਅਸੀਂ ਮੂੰਹ 'ਚ ਪਾਉਣੀ ਹੈਗੀ ਆ, ਜਾਂ ਤਾਂ ਉਹ ਨੁਕਸਾਨ ਕਰਨਾ ਹੈ ਜਾਂ ਉਹ ਸਾਨੂੰ ਫਾਇਦਾ ਦੇਣਾ ਹੈ। ਦੋਨੇ ਚੀਜ਼ਾਂ, ਕੱਲੀ ਚੀਜ਼ ਨਹੀਂ ਕੋਈ ਵੀ ਕਰਨੀ। ਕੋਈ ਵੀ ਚੀਜ਼ ਅਸੀਂ ਖਾਣੀ ਆ, ਜਾਂ ਤਾਂ ਉਹ ਸਾਨੂੰ ਫਾਇਦਾ ਕਰਨਾ ਹੈਗਾ ਜਾਂ ਸਾਨੂੰ ਨੁਕਸਾਨ ਕਰਨਾ ਹੈ। ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਇਹ ਚੀਜ਼ ਜੋ ਅਸੀਂ ਮੂੰਹ ਦੇ ਵਿੱਚ ਪਾਉਨੇ ਆ ਇਹ ਸਾਨੂੰ ਫਾਇਦਾ ਹੀ ਕਰੇ, ਨੁਕਸਾਨ ਨਾ ਕਰੇ। ਬਸ ਇਹ ਦੇਖਣ ਵਾਲੀ ਗੱਲ ਹੈ। ਜੇ ਸਾਡੇ ਸਰੀਰ ਨੂੰ ਫਾਇਦਾ ਦੇਣ ਵਾਲੀ ਚੀਜ਼ ਹੋਏਗੀ ਉਹ ਸਾਡੀ ਇਮਿਊਨਿਟੀ ਨੂੰ ਵੀ ਵਧਾਏਗੀ ਔਰ ਸਾਡੀ ਬਾਡੀ ਨੂੰ ਵੀ ਤੰਦਰੁਸਤ ਰੱਖੇਗੀ। ਸਿੰਪਲ। ਜੀ ਸਰ। ਸਰ ਇੱਕ ਕੁਐਸਚਨ ਹੋਰ ਹੈਗਾ, ਜਿਵੇਂ ਕਿ ਆਪਾਂ ਨਾਰਮਲ ਪਾਣੀ ਦੇ ਨਾਲੋਂ ਅਗਰ ਐਲਕਲਾਈਨ ਵਾਟਰ ਦਿਨ ਚ ਪੀਨੇ ਆ ਤੇ ਉਹਦਾ ਵੀ ਇਹਦੇ ਨਾਲ ਕੋਈ ਹੈ ਕੰਸਰਨ? ਹਾਂ, ਦੇਖਣ ਵਿੱਚ ਆਇਆ ਕਿ ਜਿਹੜਾ ਐਸਿਡਿਕ ਬਾਡੀ ਦੇ ਵਿੱਚ ਸਿਸਟਮ ਹੈਗਾ ਉਹਦੇ ਵਿੱਚ ਜਿਹੜੇ ਇੱਕ ਤਾਂ ਜਿਹੜੇ ਕੈਂਸਰ ਸੈਲਸ ਹੈਗੇ ਆ ਉਹ ਜ਼ਿਆਦਾ ਵੱਧਦੇ ਹੈਗੇ ਆ, ਤੇ ਜੇ ਐਲਕਲਾਈਨ ਵਾਟਰ ਅਸੀਂ ਲੈਣੇ ਹੈਗੇ ਆ ਤਾਂ ਉਹਦੇ ਨਾਲ ਉਹਦੀ ਜਿਹੜੀ ਗਰੋਥ ਹੈਗੀ ਆ ਕੈਂਸਰਸ ਦੀ ਸੈਲਸ ਦੀ ਉਹ ਘਟਦੀ ਹੈਗੀ ਆ। ਨਾਰਮਲੀ ਸਾਡੀ ਬਾਡੀ ਦਾ ਜਿਹੜਾ pH ਵੀ ਹੈ ਉਹ ਵੀ ਸਲਾਈਟਲੀ ਐਲਕਲਾਈਨ ਹੈ, ਤੇ ਜੇ ਅਸੀਂ ਐਲਕਲਾਈਨ ਰੱਖਾਂਗੇ ਥੋੜਾ ਜਿਹਾ ਤੇ ਉਹਦੇ ਨਾਲ ਸਾਡੀ ਬਾਡੀ ਦੇ ਜਿਹੜੇ ਸਿਸਟਮਸ ਹੈਗੇ ਆ ਉਹ ਪੂਰੀ ਤਰ੍ਹਾਂ ਵਰਕ ਕਰਨਗੇ। ਜੀ ਡਾਕਟਰ ਸਾਹਿਬ, ਥੈਂਕ ਯੂ। ਅਗਰ ਕਿਸੇ ਦਾ ਕੁਐਸਚਨ ਹੈ ਤਾਂ ਪੁੱਛ ਸਕਦੇ ਆ। ਤੇ ਡਾਕਟਰ ਸਾਹਿਬ, ਮੈਨੂੰ ਲੱਗਦਾ ਨਹੀਂ ਕਿਸੇ ਦਾ ਕੁਐਸਚਨ ਹੈ। ਬਾਕੀ ਜਿਹੜਾ ਵੀ ਆਪਣਾ ਅੱਜ ਦਾ ਟੌਪਿਕ ਸੀਗਾ ਆਟੋ ਇਮਿਊਨ ਡਿਸੀਜ਼, ਤੇ ਹੋਪ ਸਾਰਿਆਂ ਨੂੰ ਬਹੁਤ ਹੀ ਈਜ਼ੀਲੀ ਔਰ ਕੰਫਰਟ ਤਰੀਕੇ ਨਾਲ ਸਮਝ ਵੀ ਆ ਗਿਆ ਹੋਣਾ। ਤੇ ਨੋਟਸ ਵੀ ਰੈਗੂਲਰ ਮੈਂ ਦੱਸਦੀ ਹੈਗੀ ਆ ਕਿ ਤੁਸੀਂ ਬਣਾਇਆ ਕਰੋ, ਆਪਣੇ ਕੁਐਸਚਨਸ ਵੀ ਪੁੱਛ ਸਕਦੇ ਆ। ਤੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਆਪਾਂ ਨੈਕਸਟ ਫੇਰ ਬਹੁਤ ਹੀ ਵਧੀਆ ਟੌਪਿਕ ਲੈ ਕੇ ਫੇਰ ਜੁੜਾਂਗੇ। ਤੇ good evening to all of you. Thank you very much, Dr. Saab. Good evening. Thank you.